ਵਿਸਾਖੀ ਆ ਰਹੀ ਹੈ, ਖਾਲਸਾ ਸਾਜਨਾ ਦਿਵਸ ਆ ਰਿਹਾ। ਥਰੂ ਆਊਟ ਦ ਵਰਲਡ wherever we all ਪੰਜਾਬੀਜ਼ ਲਿਵ, ਸਾਰੇ ਪੰਜਾਬੀ ਜਿਹੜੇ ਨੇ ਦੇ ਸੈਲੀਬ੍ਰੇਟ ਵਿਸਾਖੀ ਨੂੰ ਬੜੀ ਧੂਮ ਨਾਲ ਮਨਾਉਂਦੇ ਆ। ਤੇ ਅਸੀਂ ਸਾਰੇ ਸਿੱਖ ਮਤ ਨੂੰ ਮੰਨਣ ਵਾਲੇ, ਗੁਰੂ ਘਰ ਨੂੰ ਮੰਨਣ ਵਾਲੇ, ਅਸੀਂ ਖਾਲਸਾ ਸਾਜਨਾ ਦਿਵਸ ਉਸੇ ਦਿਨ ਮਨਾਉਂਦੇ ਹਾਂ। ਖਾਲਸਾ ਸਾਜਨਾ, ਦ ਕ੍ਰੀਏਸ਼ਨ ਆਫ ਖਾਲਸਾ, ਕਿੰਨਾ ਬਿਊਟੀਫੁਲ ਟਰਮ ਹੈ। ਅਸੀਂ ਹਰ ਸਾਲ ਵਿਸਾਖੀ ਮਨਾਈ ਹੈ, ਬੜੇ ਸਾਲਾਂ ਤੋਂ ਮਨਾਈ ਹੈ। ਅਸੀਂ ਗੁਰਬਾਣੀ ਦੇ ਅਨੁਸਾਰ ਜੇ ਇਹ ਜਾਣਨਾ ਹੋਵੇ ਕਿ ਵਿਸਾਖੀ ਕੀ ਹੈ, ਵਿਸਾਖ ਕੀ ਹੈ, ਖਾਲਸਾ ਸਾਜਨਾ ਕੀ ਹੁੰਦੀ ਹੈ, ਖੰਡੇ ਬਾਟੇ ਦੀ ਪਾਹੁਲ ਕੀ ਹੈ, ਵਾਟ ਇਜ਼ ਅੰਮ੍ਰਿਤ, ਵਾਟ ਇਜ਼ ਖੰਡੇ ਕੀ ਪਾਹੁਲ, what is the historical aspect of khande bate ki pahul, what is the social impact, the cultural impact, as well as the spiritual impact of amrit hunda ki hai. So it cannot be summed up in few sessions like ek ਘੰਟੇ ਦਾ ਇੱਕ session ਜਾਂ 2 ਦਿਨ ਅਸੀਂ ਕਿਤੇ ਕਥਾ ਕਰ ਲਈ. In these next 10 days we are going to talk about what is Vasak, what is Vasakhi according to our guru, our present guru Shri Guru Granth Sahib. ਕੀ ਹੈ ਵਿਸਾਖੀ, ਕੀ ਹੁੰਦਾ ਵਿਸਾਖ, ਤੇ ਇਹ ਵਿਸਾਖ ਮਨਾਉਣ ਵਾਲੇ ਅਸੀਂ ਸਾਰੇ, ਅਸੀਂ ਕੀ ਸਿੱਖਣਾ ਆ, what we need to learn from our guru in these times, how the ਵਿਸਾਖ and ਵਿਸਾਖੀ are relevant to our modern day living, ਕਿੱਥੇ ਸਾਡੇ ਅੱਜ ਦੇ ਜੀਵਨ ਦੇ ਵਿੱਚ ਇਹ ਵਿਸਾਖੀ, ਇਹ ਵਿਸਾਖ, ਜਾਂ more importantly ਖਾਲਸਾ ਸਾਜਨਾ ਦਿਵਸ, ਖਾਲਸਾ ਹੋਣਾ, ਅੰਮ੍ਰਿਤ ਛਕਣਾ ਜਾਂ ਖੰਡੇ ਬਾਟੇ ਦੀ ਪਾਹੁਲ, ਇਹ ਕਿੱਥੇ ਸਟੈਂਡ ਕਰਦਾ ਅੱਜ ਦੀ ਮਾਡਰਨ ਲਿਵਿੰਗ ਦੇ ਵਿੱਚ। ਯੈਸ, ਇਟਸ ਟਰੂ ਦੈਟ ਵੀ ਨੋ ਸਮ ਕਾਈਂਡ ਆਫ ਹਿਸਟੋਰੀਕਲ ਫੈਕਟਸ ਅਬਾਊਟ ਖਾਲਸਾ ਸਾਜਨਾ ਦਿਵਸ। ਉਹ ਸਾਨੂੰ ਪਤਾ ਨਹੀਂ ਕਦੋਂ, ਕਿੱਦਾਂ ਹੋਇਆ, ਕਿੱਦਾਂ 5 ਪਿਆਰੇ ਬਣੇ। ਬਟ ਡੂ ਵੀ ਨੋ ਕਿ ਅੰਮ੍ਰਿਤ ਉਹ ਹੈ ਜੋ ਅਸੀਂ ਰੋਜ਼ ਛਕਣਾ ਹੈ? ਡੂ ਵੀ ਨੋ ਕਿ ਅਸੀਂ ਵੀ 5 ਪਿਆਰਿਆਂ 'ਚ ਸ਼ਾਮਲ ਹੋਣਾ ਹੈ? ਉਹ ਕਿਹੜੇ ਪਿਆਰੇ ਹੁੰਦੇ ਨੇ, ਕਿਵੇਂ ਪਿਆਰੇ ਬਣੀਦਾ ਹੈ? ਹਾਊ ਟੂ ਸੈਲੀਬ੍ਰੇਟ ਵਿਸਾਖੀ, ਹਾਊ ਟੂ ਸੈਲੀਬ੍ਰੇਟ ਵਿਸਾਖ, and how to celebrate Khalsa Sajna Divas. So we will discuss in details about these all topic. आओ शुरू करते हैं। सब तो पहला असी देखो, we all call Guru Nanak as the founder of Sikhism. साडे आद सतगुरु कहने आ, बाबा नानक कहने आ, गुरदेव कहने आ, बड़े अलग अलग नामां दे नाल throughout the world he is known. नानक लामा है, किते किते गुरु लामा, गुरु नानक है, ਕਿਤੇ ਨਾਨਕ ਸ਼ਾਹ ਫਕੀਰ ਹੈ, ਬੜੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਸਿੱਖ ਪੰਥ ਦਾ ਬਾਨੀ ਕਹਿੰਦੇ ਹਾਂ। ਅਸੀਂ ਉਹਨਾਂ ਤੋਂ ਸਟਾਰਟ ਕਰਨਾ ਹੈ। ਲੈਟ ਅਸ ਸਟਾਰਟ ਫਰੋਮ ਦ ਬਾਣੀ ਆਫ ਗੁਰੂ ਨਾਨਕ, ਹਾਊ ਹੀ ਡਿਸਕ੍ਰਾਈਬਸ ਵਿਸਾਖ ਐਂਡ ਵਿਸਾਖੀ। ਉਹ ਵਿਸਾਖ ਨੂੰ ਤੇ ਵਿਸਾਖੀ ਨੂੰ ਕਿਵੇਂ ਡਿਸਕ੍ਰਾਈਬ ਕਰਦੇ ਨੇ? ਨਾਓ ਲਿਟਰਲੀ ਸਪੀਕਿੰਗ, ਵਿਸਾਖੀ ਇਜ਼ ਦ ਫਰਸਟ ਡੇ ਆਫ ਦ ਮੰਥ ਵਿਸਾਖ। ਲਾਈਕ ਵੀ ਹੈਵ 12 months, January, February, March, April. Similarly, the indigenous calendar of Punjab region, ਜਿਹੜਾ ਪੰਜਾਬ ਰੀਜਨ ਦਾ ਦੇਸੀ ਕੈਲੰਡਰ, ਇੰਡੀਜੀਨਸ ਕੈਲੰਡਰ ਹੈ, ਉਹਦੇ ਵੀ 12 months ਨੇ, ਜਿਹਦੇ ਵਿੱਚ ਸੈਕੰਡ ਮੰਥ ਹੈ ਵਿਸਾਖ। ਦ ਫਰਸਟ ਇਜ਼ ਚੇਤ, ਦੈਨ ਵਿਸਾਖ। ਇਸੇ ਤਰ੍ਹਾਂ ਹੋਰ ਮਹੀਨੇ ਨੇ, ਜੇਠ, ਹਾੜ, ਇਸੇ ਤਰ੍ਹਾਂ ਹੀ ਸਰਦੀ ਵਾਲੇ ਮਹੀਨੇ ਆਉਂਦੇ ਆ, ਪੋਹ, ਮਾਘ। ਤੋ ਦੇ ਆਰ 12 months. ਤੋ ਹਰ ਮਹੀਨੇ ਦੀ ਮੰਥ ਦੀ ਜਿਹੜੀ ਪਹਿਲੀ ਤਰੀਕ ਹੈ, ਦ ਫਰਸਟ ਡੇ ਆਫ ਐਵਰੀ ਮੰਥ ਇਜ਼ ਕਾਲਡ ਸੰਗਰਾਂਦ, ਕਹਿ ਦਿੰਦੇ ਆ ਉਹਨੂੰ। ਵਿਸਾਖ ਦਾ ਪਹਿਲਾ ਦਿਨ ਉਹਨੂੰ ਵਿਸਾਖੀ ਕਿਹਾ ਜਾਂਦਾ ਹੈ। ਸੰਗਰਾਂਦ ਵੀ ਹੈ ਤੇ ਵਿਸਾਖੀ ਵੀ ਹੈ। ਹੁਣ ਗੁਰੂ ਨਾਨਕ ਕਿਹਨੂੰ ਵਿਸਾਖੀ ਕਹਿੰਦੇ ਨੇ? ਹਾਊ ਡਜ਼ ਗੁਰੂ ਨਾਨਕ ਡਿਫਾਈਨਸ ਵਿਸਾਖੀ ਔਰ ਵਿਸਾਖ ਇਨ ਟੋਟਲ? ਉਹ ਟੋਟਲ ਦੇ ਵਿੱਚ ਕਿਵੇਂ ਸਾਰੇ ਨੂੰ ਸਮ ਅਪ ਕਰਦੇ ਨੇ ਤੇ ਕੀ ਸਮਝਾਉਂਦੇ ਨੇ? ਵਟ ਹੀ ਵਾਂਟਸ ਅਸ ਟੂ ਡੂ ਔਨ ਦਿਸ ਵਿਸਾਖੀ, ਅਸੀਂ ਕਿਵੇਂ ਸੈਲੀਬ੍ਰੇਟ ਕਰਨਾ ਹੈ? ਆਓ ਜਾਣਦੇ ਹਾਂ। In Guru Granth Sahib Maharaj, holy page 1107, 1107, ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਰਾਗ ਤੁਖਾਰੀ ਵਿੱਚ। In ਰਾਗ ਤੁਖਾਰੀ, Guru Nanak has composed this beautiful Baramaha. Although we read the Baramaha written by Guru Arjan Patsha in Rag Maj, ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਸੰਗਰਾਂਦ ਤੇ, usually we read Baramaha Maj, which is composed by Guru Arjan. So there are 2 Baramaha in Guru Granth Sahib. So the first one is in ਰਾਗ ਤੁਖਾਰੀ। ਰਾਗ ਤੁਖਾਰੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਹੋਈ 12 ਮਹਾ ਹੈ। ਉਹਦੇ ਵਿੱਚ ਗੁਰੂ ਨਾਨਕ ਡਿਫਾਈਨਸ ਵਿਸਾਖ ਐਂਡ ਵਿਸਾਖੀ। So before reading the whole Shabad and trying to understand it line by line and the deeper meaning and the theme of the Shabad, I just want to give an overview, एक overview देना चाहूँगा। What is Vasak?
So this is the month which comes in the spring season in India. ਪੰਜਾਬ ਦੇ ਇਲਾਕੇ ਦੇ ਵਿੱਚ ਜਦੋਂ ਬਸੰਤ ਆਉਂਦੀ ਹੈ, ਗੁਰਬਾਣੀ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਚੇਤ ਤੇ ਵਿਸਾਖ ਇਹ ਦੋਨੋਂ ਬਸੰਤ ਦੇ ਮਹੀਨੇ ਨੇ। ਇਸ ਤੋਂ ਪਹਿਲਾਂ ਜਿਹੜੇ ਲੰਘੇ ਨੇ ਸਰਦੀ ਹੈ। ਬਿਫੋਰ ਚੇਤਰ ਇਹ ਜਿਹੜਾ ਮੌਸਮ ਚੇਂਜ ਹੋਇਆ, ਸਪਰਿੰਗ ਤੋਂ ਪਹਿਲਾਂ ਕੀ ਸੀ? देयर वाज ਵਿੰਟਰ, ਹਾਰਸ਼ ਵਿੰਟਰ ਡਿਊਰਿੰਗ ਦੋਜ਼ ਦਸੰਬਰ ਐਂਡ ਜਨਵਰੀ ਮੰਥਸ। ਫਿਰ ਫੈਬਰਰੀ ਦਾ ਮੰਥ ਜਿਹੜਾ ਹੈ ਹੌਲੀ ਹੌਲੀ ਕਲੀਅਰ ਹੋਣਾ ਸ਼ੁਰੂ ਹੁੰਦਾ। So those winter days, it was foggy, it was not clear, it was cold. सब कुछ ठंडा है, बहुत ठंड है। The people they were not able to move here and there. Plus, because most of the people during those days, they were farmers, they were cultivators. ਉਹ ਫਸਲਾਂ 'ਚ ਕੰਮ ਕਰਨ ਵਾਲੇ ਕਿਸਾਨ ਸੀ ਉਸ ਵੇਲੇ ਜ਼ਿਆਦਾ। ਤੋ ਇਹ ਜਿਹੜੇ ਮਹੀਨੇ ਵਿਸਾਖ ਤੋਂ ਪਹਿਲਾਂ ਦੇ ਨੇ, ਬਿਫੋਰ ਅਪ੍ਰੈਲ, ਤੋ ਉਹਨਾਂ ਦੀ ਜਿਹੜੀ ਫਸਲ ਸੀ, ਜਿਹੜੀ ਉਹਨਾਂ ਦੀ ਕ੍ਰੌਪ ਹੁੰਦੀ ਸੀ, ਹਾਰਵੈਸਟ ਜਿਹੜੀ ਉਹ ਤਿਆਰ ਹੁੰਦੀ ਸੀ। ਫਸਲ ਇਟ ਗੋਟ ਪ੍ਰੀਪੇਅਰਡ ਡਿਊਰਿੰਗ ਥੀਸ 2 or 3 months ਬਿਫੋਰ ਅਪ੍ਰੈਲ। ਤੇ ਇਹਨਾਂ ਦਿਨਾਂ ਦੇ ਵਿੱਚ ਉਹ ਧਿਆਨ ਰੱਖਦੇ ਸੀ ਆਪਣੀ ਫਸਲ ਦਾ, ਤੇ ਫਿਰ ਉਸ ਦੀ ਹਾਰਵੈਸਟ ਕਰਨੀ, ਕਟਿੰਗ ਕਰਨੀ, ਕੱਟ ਕੇ ਉਹਨੂੰ ਸੰਭਾਲਣਾ, ਉਹਨੂੰ ਆਰਗੇਨਾਈਜ਼ ਕਰਨਾ, ਮੈਨੇਜ ਕਰਨਾ, ਉਹਦੀ ਮਾਰਕੀਟਿੰਗ ਕਰਨੀ। ਤੇ ਇਹ ਮਹੀਨੇ ਤੱਕ ਆਉਂਦੇ ਸੋ ਚੇਤਰ ਦੇ ਵਿੱਚ ਉਹ ਵਾਢੀਆਂ ਸ਼ੁਰੂ ਹੋ ਜਾਂਦੀਆਂ ਸੀ, ਉਹਦੀ ਹਾਰਵੈਸਟਿੰਗ ਸ਼ੁਰੂ ਹੋ ਜਾਂਦੀ ਸੀ ਫਸਲ ਦੀ। ਦੇਅਰ ਹਾਰਡ ਵਰਕ ਆਫ 6 months, ਉਹ 6 ਮਹੀਨੇ ਜਿਹੜਾ ਹਾਰਡ ਵਰਕ ਕੀਤਾ ਕਿਸਾਨਾਂ ਨੇ, ਲੋਕਾਂ ਨੇ, ਬਿਕੋਜ਼ ਮੋਸਟਲੀ ਦੇ ਵਰ ਫਾਰਮਰਸ, ਪੀਜ਼ੈਂਟਸ। ਤਾਂ ਉਹ 6 ਮਹੀਨੇ ਜਿਹੜਾ ਹਾਰਡ ਵਰਕ ਕੀਤਾ ਹੈ, ਉਹਦਾ ਸਾਰਾ ਜਿਹੜਾ ਹੈ ਉਹ ਹੁਣ ਜੋ ਰਿਜ਼ਲਟ ਹੈ ਉਹ ਸਾਹਮਣੇ ਆਇਆ ਹੈ ਡਿਊਰਿੰਗ ਦੋਜ਼ ਮਾਰਚ ਡੇਜ਼। ਤੇ ਉਹ ਵਾਢੀਆਂ ਹੋ ਗਈਆਂ, ਕਣਕ ਸੰਭਾਲੀ ਜਾ ਰਹੀ ਹੈ। ਸੋ ਜਿੱਦਾਂ ਜਿੱਦਾਂ ਵਿਸਾਖੀ ਨੇੜੇ ਆਉਂਦੀ ਹੈ, ਉਦੋਂ ਤੱਕ ਉਹ ਸਾਰੇ ਆਪਣਾ ਜਿੰਨਾ ਵੀ ਉਹ ਫਸਲ ਨੂੰ ਸਾਂਭ ਲੈਂਦੇ ਨੇ, ਵੇਚ ਵੱਟ ਲੈਂਦੇ ਨੇ। ਦੇ ਅਰਨ ਮਨੀ ਐਂਡ ਨਾਓ ਦੇ ਆਰ ਆਲਮੋਸਟ ਫ੍ਰੀ ਫॉर ਅ ਮੰਥ ਔਰ ਸੋ। ਅੱਗੇ 1 ਮਹੀਨਾ 1.5 ਮਹੀਨਾ ਉਹ ਥੋੜਾ ਜਿਹਾ ਫ੍ਰੀ ਹੁੰਦੇ ਨੇ। ਦੇ ਹੈਵ ਦ ਮਨੀ, ਉਹਨਾਂ ਕੋਲ ਪੈਸਾ ਵੀ ਹੈ। ਮੌਸਮ ਵੀ ਸੋਹਣਾ ਹੋ ਚੁੱਕਿਆ, ਇਟਸ ਸਪਰਿੰਗ ਟਾਈਮ, ਮੌਸਮ ਖੁੱਲ ਚੁੱਕਿਆ, ਕਲੀਅਰ ਹੋ ਗਿਆ, ਨਾ ਜ਼ਿਆਦਾ ਗਰਮੀ ਹੈ, ਇਟਸ ਨਾਟ ਟੂ ਹੌਟ ਔਰ ਟੂ ਕੋਲਡ ਨਾਓ, ਅ ਬਿਊਟੀਫੁਲ ਵਾਰਮ ਵੈਦਰ। ਤੇ ਹੁਣ ਉਹ ਕੀ ਕਰਦੇ ਨੇ, ਇਹਨਾਂ ਦਿਨਾਂ ਵਿੱਚ ਮੇਲੇ ਕਰਦੇ ਨੇ, ਗੈਦਰਿੰਗਸ ਕਰਦੇ ਨੇ, ਗੈਟ ਟੂਗੈਦਰ ਕਰਦੇ ਨੇ। ਦ ਗੈਟ ਟੂਗੈਦਰ ਔਰ ਗੈਦਰਿੰਗਸ ਮੇ ਬੀ ਰਿਲੀਜੀਅਸ, ਮੇ ਬੀ ਸੋਸ਼ਲ, ਮੇ ਬੀ ਫੈਮਿਲੀ ਗੈਦਰਿੰਗਸ। ਨਾਓ ਦੇ ਕੈਨ ਮੂਵ ਹੇਅਰ ਐਂਡ ਦੇਅਰ। ਉਹ ਆਪਣੇ ਘਰਾਂ 'ਚ ਵੀ ਆਉਂਦੇ ਨੇ, ਬਿਕੋਜ਼ ਦੇ ਵਰ ਸੁਪਰ ਬਿਜ਼ੀ ਡਿਊਰਿੰਗ ਲਾਸਟ 1.5 or 2 months। ਉਹ ਬੜੇ ਬਿਜ਼ੀ ਰਹੇ ਨੇ, ਟ੍ਰੇਡਰਸ ਨੇ, ਫਾਰਮਰਸ ਰਹੇ ਨੇ, ਬਿਕੋਜ਼ ਉਹ ਫਸਲਾਂ ਦਾ ਕੰਮ ਸੀ ਜ਼ਿਆਦਾ, ਐਗਰੀਕਲਚਰਲ ਇਕੋਨਮੀ ਸੀ, ਤੇ ਉਹ ਬੜੇ ਬਿਜ਼ੀ ਸੀ। ਹੁਣ ਉਹ ਆਪਣੇ ਘਰਾਂ ਨੂੰ ਵੀ ਮੁੜ ਰਹੇ ਨੇ। ਦੇ ਹੈਵ ਦ ਮਨੀ, ਦੇ ਹੈਵ ਦ ਟਾਈਮ, ਐਂਡ ਦੇ ਆਰ ਨਾਓ ਗੋਇੰਗ ਟੂ ਸੈਲੀਬ੍ਰੇਟ। ਤੋ ਸੈਲੀਬ੍ਰੇਸ਼ਨਸ ਜਿਹੜੀਆਂ ਨੇ ਉਹ ਵਿਸਾਖ ਦੇ ਮਹੀਨੇ ਦੀ ਪਹਿਲੀ ਜਿਹੜੀ ਹੈ ਉਹ ਇੱਕ ਸਪੈਸੀਫਿਕੇਸ਼ਨ ਹੈ, ਇੱਕ ਕਹਿੰਦੇ ਕੁਆਲਿਟੀ ਹੈ, ਉਹ ਨਿਸ਼ਾਨੀ ਹੈ। ਤੋ ਇਹਨਾਂ ਦਿਨਾਂ 'ਚ ਫਿਰ ਮੇਲੇ ਲੱਗਦੇ, ਵਿਸਾਖੀ ਦੇ ਮੇਲੇ ਉਹਨਾਂ ਨੂੰ ਜ਼ਿਆਦਾਤਰ ਕਹਿ ਲਿਆ ਜਾਂਦਾ, ਜੋ ਵਿਸਾਖ ਦੇ ਮਹੀਨੇ 'ਚ ਹੁੰਦੇ। ਮਿਲਣਾ, ਇੱਕ ਦੂਜੇ ਨੂੰ ਮਿਲਣਾ, ਫੈਮਿਲੀ ਗੈਦਰਿੰਗਸ, ਰਿਲੀਜੀਅਸ ਗੈਦਰਿੰਗਸ, ਉਹ ਸਭ ਕੁਝ ਹੋ ਰਿਹਾ। ਇਸ ਕਰਕੇ ਵਿਸਾਖੀ 2 ਚੀਜ਼ਾਂ ਨਾਲ ਜੁੜੀ। ਇੱਕ, ਕਿਉਂਕਿ ਹੁਣ ਉਹ ਵਿਹਲੇ ਹੋਏ ਨੇ, ਖੁਸ਼ ਨੇ। ਬਸੰਤ, ਜਿਵੇਂ ਬਾਹਰ ਬਸੰਤ ਆਈ ਹੈ, ਲਾਈਕ the weather has changed outside, the climate, the season has changed from winter to spring. There are beautiful flowers and leaves, ਜਿਹੜੇ ਬਾਹਰ ਹਰਿਆਵਲ ਹੋ ਗਈ ਹੈ, ਇਟਸ ਗ੍ਰੀਨ ਆਊਟਸਾਈਡ ਨਾਓ, ਕਲਰਫੁਲ। ਉਸੇ ਤਰ੍ਹਾਂ ਉਹਨਾਂ ਦੀ ਲਾਈਫ ਵਿੱਚ ਵੀ ਕਲਰ ਆ ਗਿਆ, ਬਿਕੋਜ਼ ਦੇ ਹੈਵ ਦ ਮਨੀ, ਦੇ ਹੈਵ ਦ ਟਾਈਮ ਨਾਓ, ਖੁਸ਼ਹਾਲੀ ਆ ਗਈ। ਸਪਰਿੰਗ ਡਿਨੋਟਸ ਉਹ ਰੀਜੂਵੀਨੇਸ਼ਨ, ਉਹ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ ਬਸੰਤ। ਉਹ ਹੁਣ ਆ ਰਿਹਾ ਹੈ ਵਾਪਸ। ਜਿਹੜੇ ਘਰ, ਬਿਕੋਜ਼ ਮੋਸਟ ਆਫ ਦ ਲੇਡੀਜ਼ ਦੇ ਵਰ ਹਾਊਸ ਵਾਈਫਸ, ਉਹ ਘਰ ਰਹਿੰਦੀਆਂ ਸੀ। ਦੇ ਯੂਜ਼ ਟੂ ਟੇਕ ਕੇਅਰ ਐਂਡ ਰਿਸਪੋਂਸਿਬਿਲਿਟੀਜ਼ ਆਫ ਆਲ ਹਾਊਸ ਹੋਲਡ। ਉਹ ਘਰ ਰਹਿੰਦੀਆਂ ਸੀ। ਫਾਰਮਰਸ ਬਾਹਰ ਕੰਮ ਕਰ ਰਹੇ ਆ, ਤੇ ਪਿਛਲੇ 2-3 ਮਹੀਨੇ ਵੈਸੇ ਬੜੇ ਬਿਜ਼ੀ ਨੇ, ਟ੍ਰੇਡਰਸ ਵੀ ਸਾਰੇ ਬਿਜ਼ੀ ਨੇ। ਤੇ ਫਿਰ ਉਹ ਹੁਣ ਉਹ ਵੀ ਉਡੀਕ ਰਹੀਆਂ, ਦੇ ਆਰ ਆਲਸੋ ਵੇਟਿੰਗ ਕਿ ਹੁਣ ਮੇਰਾ ਹਸਬੈਂਡ ਆਊਗਾ, ਜਿਹਦੇ ਕਰਕੇ ਮੇਰੀ ਵੈਲਿਊ ਹੈ, ਜਿਹਦੇ ਕਰਕੇ ਮੈਂ, ਹਾਂ, ਮੇਰਾ ਉਹਦੇ ਨਾਲ ਰਿਲੇਸ਼ਨ ਹੈ। ਦੈਟਸ ਵਾਈ ਆਈ ਐਮ ਟੇਕਿੰਗ ਕੇਅਰ ਆਫ ਦਿਸ ਹਾਊਸ। ਤੇ ਉਹ ਆਏਗਾ ਤੇ ਖੁਸ਼ੀ ਹੋਏਗੀ। ਵੀ ਵਿਲ ਸਿਟ ਟੂਗੈਦਰ, ਵੀ ਵਿਲ ਟਾਕ, ਐਂਡ ਵੀ ਵਿਲ ਹੈਵ ਦੋਜ਼ ਸੈਲੀਬ੍ਰੇਸ਼ਨਸ ਹੇਅਰ। ਤਾਂ ਗੁਰੂ ਨਾਨਕ ਇਹ ਦੋਨੋਂ ਆਸਪੈਕਟ ਨੂੰ ਇਸ ਸ਼ਬਦ ਵਿੱਚ ਲੈਂਦੇ ਨੇ। ਬੋਥ ਦ ਆਊਟਰ, ਲਾਈਕ ਦ ਸੀਜ਼ਨ ਵਿਚ ਹੈਜ਼ ਚੇਂਜ, ਦ ਵੈਦਰ, ਉਹ ਕਿੱਦਾਂ ਚੇਂਜ ਹੁੰਦਾ ਹੈ, ਪਲਾਂਟਸ ਕਿੱਦਾਂ ਚੇਂਜ ਹੋ ਰਿਹਾ, ਫਰੂਟਸ ਆ ਗਏ ਆ, ਫਲ ਆ ਗਏ ਆ, ਫਲਾਵਰਸ ਆ ਗਏ ਆ, ਤੇ ਨਾਲੇ ਜੋ ਘਰਾਂ ਦੇ ਵਿੱਚ ਜੋ ਮੇਲ ਜੋਲ ਹੋ ਰਿਹਾ ਉਹ ਹੋ ਰਿਹਾ। ਐਂਡ ਵਾਈਲ ਟਾਕਿੰਗ ਅਬਾਊਟ these 2 things, the outer season and the people, their gatherings, their get togethers, ਉਹਦੇ ਬਾਰੇ ਗੱਲ ਕਰਦੇ ਹੋਏ, while talking about these 2 things, he also gives us a very very
ਡੀਪ ਐਂਡ ਵੈਰੀ ਬਿਊਟੀਫੁਲ ਮੈਸੇਜ ਸਾਨੂੰ ਇਸ ਸ਼ਬਦ ਵਿੱਚ ਦਿੰਦੇ ਨੇ, ਜਿਹਨੂੰ ਉਹ ਕਹਿੰਦੇ ਨੇ ਕਿ ਇਹ ਹੈ ਵਿਸਾਖ ਤੇ ਇਹ ਹੈ ਵਿਸਾਖੀ। ਲੈਟ ਅਸ ਟਰਾਈ ਟੂ ਅੰਡਰਸਟੈਂਡ ਲਾਈਨ ਬਾਈ ਲਾਈਨ ਦ ਸ਼ਬਦ ਆਫ ਗੁਰੂ ਨਾਨਕ। ਸੀ ਗੁਰਬਾਣੀ ਸਾਡਾ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਨ ਦਿਸ ਬਾਣੀ, ਇਹਦੇ 'ਚ ਹੀ ਉਹ ਨੈਕਟਰ, ਉਹ ਅੰਮ੍ਰਿਤ ਹੈ ਜੋ ਸਾਨੂੰ ਅੰਦਰੋਂ ਮਰਨ ਨਹੀਂ ਦਿੰਦਾ। ਫਿਰ ਰਾਈਟ, ਅਸੀਂ ਉਸ ਅੰਮ੍ਰਿਤ ਨੂੰ ਛਕੀਏ। ਆਓ ਸ਼ੁਰੂ ਕਰੀਏ ਗੁਰਬਾਣੀ ਤੋਂ। ਸਤਿਗੁਰੂ ਗੁਰੂ ਨਾਨਕ ਫਰਮਾਨ ਕਰਦੇ ਨੇ, ਵੈਸਾਖ ਭਲਾ ਸ਼ਾਖਾ ਵੇਸ਼ ਕਰੇ। ਸੋ ਬਿਊਟੀਫੁਲ month of Vaisakh has arrived. The branches of trees, which during the days of winter they appeared like lifeless. ਉਹਨਾਂ ਤੇ leaves ਨਹੀਂ ਸੀ ਕੁਛ ਵੀ, it was not clear, ਠੰਡਾ ਸੀ ਸਾਰਾ ਕੁਛ, ਉਹ ਨਾ ਪੱਤੇ ਸੀ ਨਾ ਕੁਛ, ਉਹ ਏਦਾਂ ਲੱਗਦੇ ਸੀ ਕਿ ਬੇਜਾਨ ਖੜੇ ਨੇ, ਇਹਨਾਂ 'ਚ ਜਾਨ ਹੀ ਹੈ ਨਹੀਂ। ਹੁਣ ਚੇਤਰ ਆਇਆ, ਬਸੰਤ ਆ ਗਈ, ਵਿਸਾਖ ਆ ਗਿਆ, ਸੋਹਣਾ ਵਿਸਾਖ ਆ ਗਿਆ। ਤੇ ਦੇਖੋ ਉਹ ਸਾਰੇ ਜਿਹੜੀ ਬ੍ਰਾਂਚਿਸ ਸੀ, ਜਿਹੜੀਆਂ ਡਾਲੀਆਂ ਸੀ, ਸ਼ਾਖਾਵਾਂ ਸੀ, ਉਹ ਹੁਣ ਫੁੱਲਾਂ ਨਾਲ, ਪੱਤਿਆਂ ਨਾਲ ਭਰ ਗਈਆਂ। ਡਿਊਰਿੰਗ ਦਿਸ ਡੇਜ਼ ਮੈਂਗੋ ਜਿਹੜਾ ਅੰਬ ਹੁੰਦਾ ਉਹਨੂੰ ਬੂਰ ਪੈ ਜਾਂਦਾ, ਬੜੀ ਸੋਹਣੀ ਖੁਸ਼ਬੂ ਫੈਲ ਜਾਂਦੀ ਹੈ ਪੂਰੇ ਆਸ-ਪਾਸ ਇਲਾਕੇ ਦੇ ਵਿੱਚ, ਫੁੱਲ ਖਿੜ ਰਹੇ ਨੇ ਸਾਰੇ ਪਾਸੇ। ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਐਂਡ ਦ ਸੈਕੰਡ ਥਿੰਗ ਵਟ ਆਈ ਸੈਡ ਅਰਲੀਅਰ ਟੂ, ਗੁਰੂ ਨਾਨਕ ਕਿੱਥੇ ਕਹਿੰਦੇ ਨੇ, ਧਨ ਮੀਨਸ ਦ ਵਾਈਫ ਔਰ ਦ ਲੇਡੀਜ਼ ਆਫ ਦ ਹਾਊਸ। ਉਹ ਵੇਟ ਕਰਦੀਆਂ ਨੇ ਕਿ ਹੁਣ ਮੇਰਾ ਜਿਹੜਾ ਕੰਤ ਹੈ, ਮੇਰਾ ਹਸਬੈਂਡ ਹੈ, ਜੋ ਘਰ ਦਾ ਆਦਮੀ ਹੈ, ਦ ਮੈਨ ਆਫ ਦ ਹਾਊਸ, ਹੀ ਵਿਲ ਕਮ ਬੈਕ। ਉਹ ਵੀ ਹੁਣ ਬਿਜ਼ੀ ਜਿੱਥੇ ਰਿਹਾ ਇੰਨੇ ਦਿਨ, ਹੁਣ ਉਹ ਵਾਪਸ ਆਏਗਾ ਤੇ ਹੁਣ ਘਰ 'ਚ ਖੁਸ਼ੀਆਂ ਹੋਣਗੀਆਂ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਢ ਨਾ ਮੋਲੋ। ਨਾਓ ਦਿਸ ਇਜ਼ ਦ ਆਸਪੈਕਟ, ਹੀ ਇਜ਼ ਪੇਂਟਿੰਗ ਅ ਪਿਕਚਰ। ਸਾਡੇ ਸਾਹਮਣੇ ਇੱਕ ਪਿਕਚਰ ਪੇਂਟ ਕਰ ਰਿਹਾ ਜੋ ਹੋ ਰਿਹਾ ਆ, ਜੋ ਫੈਕਚੁਅਲ ਬਾਹਰ ਹੋ ਰਿਹਾ ਆ। ਬਟ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਹੀ ਰਿਲੇਟਸ ਇਟ ਵਿਦ ਸਮਥਿੰਗ ਐਲਸ ਵਿਚ ਇਜ਼ ਮੋਸਟ ਇੰਪੋਰਟੈਂਟ। ਸਿਰਫ ਅਸੀਂ ਇਹ ਨਹੀਂ ਦੇਖਣਾ ਕਿ ਕਿਵੇਂ ਬਾਹਰ ਫੁੱਲ ਖਿੜ ਰਹੇ ਨੇ, ਬਾਹਰ ਪੱਤੇ ਆ ਰਹੇ ਨੇ ਰੁੱਖਾਂ ਤੇ, how green it's going to happen outside, or how the people they are going to get to meet each other, ਤੇ husband ਨੂੰ ਵਾਈਫ ਮਿਲ ਰਹੀ ਹੈ, ਵਾਈਫ ਨੂੰ husband, ਇਹ ਨਹੀਂ। he just painting a picture। ਇਹ ਸਾਰਿਆਂ ਦਾ ਇੱਕ ਡੀਪਰ ਮੀਨਿੰਗ ਗੁਰੂ ਨਾਨਕ ਇਸ ਵਿੱਚ ਕੱਢਦੇ ਨੇ। ਗੁਰੂ ਨਾਨਕ ਸੇਜ਼, ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਢ ਨਾ ਮੋਲੋ। that lady, she is thinking, ਉਹ ਘਰ ਬੈਠੀ ਇਹ ਸੋਚਦੀ ਹੈ ਕਿ ਹਸਬੈਂਡ ਤੋਂ ਬਿਨਾਂ ਮੈਂ ਤਾਂ ਕੁਛ ਨਹੀਂ ਨਾ। ਜਦੋਂ ਆਏਗਾ, ਉਹ ਅੰਦਰ ਚਾਓ ਹੈ ਨਾ, ਅੰਦਰ ਇੱਕ ਖੁਸ਼ੀ ਹੈ ਕਿ ਜਦੋਂ ਉਹਨੇ ਆਉਣਾ ਆ, ਉਹਦੇ ਨਾਲ ਮੇਰਾ ਮੁੱਲ ਬਣ ਜਾਣਾ, ਮੇਰੀ ਵੈਲਿਊ ਬਣਦੀ ਹੈ, ਬਿਕੋਜ਼ ਉਹ ਹੈਗਾ ਆ ਮੇਰੀ ਲਾਈਫ ਦੇ ਵਿੱਚ। ਤਾਂ ਹੀ ਅਸੀਂ ਕਹਿੰਦੇ ਹਾਂ ਨਾ ਕਿ ਲਾਈਫ ਪਾਰਟਨਰ ਅਸੀਂ ਕਹਿੰਦੇ। ਤਾਂ ਉਹਨਾਂ ਦਾ ਦੇ ਆਰ ਕੰਪਲੀਮੈਂਟਰੀ ਟੂ ਈਚ ਅਦਰ। ਉਹਦੇ ਤੋਂ ਬਿਨਾਂ ਉਹ ਇਕੱਲਾ ਆ। ਵਟ ਵੀ ਸੇ ਵਾਈਲ ਵੀ ਟਾਕ ਇਨ ਇੰਗਲਿਸ਼, ਜਦੋਂ ਆਪਾਂ ਗੱਲ ਕਰਦੇ ਮਾਈ ਬੈਟਰ ਹਾਫ। ਸੋ ਵੀ ਆਰ ਹਾਫਸ, ਐਂਡ ਦੈਨ ਜਦੋਂ ਅਸੀਂ ਮਿਲਦੇ ਅਸੀਂ ਕੰਪਲੀਟ ਹੁੰਦੇ ਹਾਂ। ਤਾਂ ਉਹ ਕੰਪਲੀਸ਼ਨ ਜਿਹੜੀ ਹੈ, ਤੇ ਉਹਦੇ ਬਿਨ ਅੱਢ ਨਾ ਮੋਲੋ, ਤੇਰੇ ਬਿਨਾਂ ਮੈਂ ਅੱਧੀ ਦਮੜੀ ਜਿੰਨਾ ਵੀ ਮੁੱਲ ਮੇਰਾ ਨਹੀਂ। ਸੋ ਇਹ ਸਾਰੇ ਮੁਹਾਵਰੇ ਨੇ, ਈਡੀਅਮਸ ਨੇ। Now what Guru Nanak wants to say here in the next line, he says, ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ। ਜਦੋਂ ਤੂੰ ਮੈਨੂੰ ਮਿਲੇ ਤੇ ਉਹ ਜਿਹੜੀ ਖੁਸ਼ੀ ਮੇਰੀ ਲਾਈਫ 'ਚ ਆਉਂਦੀ ਹੈ, when I see you, when I meet you, the joy which comes into my life, it's priceless। ਉਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। Now he is talking about, he's just painting a picture of that lady who is waiting her husband in the house। ਪਰ ਇਹ ਸਾਰੇ ਦਾ meaning ਕੀ ਹੈ, spiritual meaning, ਜਾਂ that meaning which is relevant to our day to day life, ਉਹ ਕਿਹੜਾ ਆ? ਐਸਾ ਕੀ ਹੈ ਜਿਹੜਾ ਸਾਡੇ ਅੰਦਰ ਜਿਹੜਾ ਅਸੀਂ ਹਾਂ, ਇੱਕ ਆਪਣੇ ਜੀਵਨ ਨੂੰ ਦੇਖੀਏ। ਹੁਣ ਮੈਂ ਕਹਾਂ ਕਿ ਆਈ ਐਮ ਨਾਟ ਮੈਰਿਡ, ਕਿ ਮੇਰੀ ਤਾਂ ਮੈਰਿਜ ਹੀ ਨਹੀਂ ਹੋਈ, ਮੇਰੇ ਬਾਰੇ ਥੋੜੀ ਲਿਖਿਆ ਇੱਥੇ। ਸੋ ਇਟਸ ਨਾਟ ਲਾਈਕ ਦੈਟ। ਸੋ ਦਿਸ ਸ਼ਬਦ, although it paints a picture of outside weather, changing weather or season, as well as those people who are meeting with each other or spouse, but ਇਹਦਾ ਮੀਨਿੰਗ ਜਿਹੜਾ ਹੈ ਉਹ ਕੁਛ ਹੋਰ ਹੈ, ਬਹੁਤ ਵੱਡਾ ਮੀਨਿੰਗ ਹੈ, ਡੀਪਰ ਮੀਨਿੰਗ ਹੈ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਨਾਓ ਲੈਟ ਅਸ ਟਰਾਈ ਟੂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਕਹਿਣਾ ਕੀ ਚਾਹੁੰਦੇ। ਸੋ ਦਾ ਵੈਰੀ ਫਰਸਟ ਪਾਰਟ ਜਿਹੜਾ ਹੈਗਾ, ਇਟਸ ਅਬਾਊਟ ਦ ਚੇਂਜਿੰਗ ਆਫ ਸੀਜ਼ਨ ਆਊਟਸਾਈਡ, ਜਿਹੜਾ ਬਾਹਰ ਸੀਜ਼ਨ ਚੇਂਜ ਹੋਇਆ। ਪਹਿਲਾਂ ਤਾਂ ਇੱਕ ਉਹ ਜਿਹੜਾ ਹੈ, ਉਹ ਈਡੀਅਮ, ਇੱਕ ਉਹ ਇਮੇਜ ਹੈਗੀ, ਇੱਕ ਉਹ ਪਿਕਚਰਾਈਜੇਸ਼ਨ ਹੈਗੀ। ਉਹਦੇ ਤੋਂ ਗੁਰੂ ਨਾਨਕ ਕੀ ਕਹਿਣਾ ਚਾਹੁੰਦੇ ਸੀ। ਜਦੋਂ ਅਸੀਂ 12 ਮਹਾ ਪੜ੍ਹਦੇ ਹਾਂ, ਜਾਂ ਗੁਰਬਾਣੀ ਚ ਰੁੱਤੀ ਨਾਮ ਦੀ ਵੀ ਇੱਕ ਬਾਣੀ ਆਉਂਦੀ ਹੈ ਅਬਾਊਟ ਸੀਜ਼ਨਸ, ਉਹਦਾ ਮਤਲਬ ਇਹ ਹੈ ਕਿ 12 ਮਹੀਨੇ ਆ, ਦੇਰ ਆਰ 12 months, ਦੇ ਕੀਪ ਔਨ ਰਿਪੀਟਿੰਗ। ਓਕੇ, ਦਸੰਬਰ ਜਨਵਰੀ ਵਿੰਟਰ ਆ ਗਿਆ, ਦੈਨ ਮਈ ਜੂਨ ਇਟ ਵਿਲ ਬੀ ਹੌਟ ਸਮਰ, ਫਿਰ ਦਸੰਬਰ ਆਉਣਾ, ਫਿਰ ਠੰਡ ਆ ਜਾਣੀ ਹੈ, ਫਿਰ ਬਸੰਤ ਆਉਣੀ ਹੈ, ਸਪਰਿੰਗ ਆਉਣੀ ਹੈ, ਫਿਰ ਸਮਰ ਆਉਣੀ ਹੈ। ਸੋ ਇਟ ਕੀਪਸ ਔਨ ਚੇਂਜਿੰਗ, ਉਹ ਬਾਰ-ਬਾਰ ਚੇਂਜ ਹੁੰਦਾ ਹੀ ਰਹਿੰਦਾ।
ਸੋ ਸੀਜ਼ਨ ਇੱਕ ਨਹੀਂ ਰਹਿੰਦਾ, ਵੈਦਰ ਹਮੇਸ਼ਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ, ਉਹ ਚੇਂਜ ਹੁੰਦਾ ਹੈ। ਈਵਨ ਇਫ ਯੂ ਆਰ ਲਿਵਿੰਗ ਇਨ ਸੱਚ ਅ ਕੰਟਰੀ ਵੇਅਰ ਯੂ ਡੂ ਨਾਟ ਐਕਸਪੀਰੀਅੰਸ ਡਿਫਰੈਂਟ ਕਾਈਂਡ ਆਫ ਸੀਜ਼ਨ, ਉੱਥੇ ਸਨੋ ਨਹੀਂ ਪੈਂਦੀ ਜੀ, ਇੱਥੇ ਠੰਡ ਨਹੀਂ ਹੁੰਦੀ ਜੀ, ਦੈਨ ਆਲਸੋ ਦ ਵੈਦਰ ਇਟ ਚੇਂਜਸ ਰੈਪਿਡਲੀ, ਉਹ ਹਮੇਸ਼ਾ ਚੇਂਜ ਹੁੰਦਾ ਹੀ ਰਹਿੰਦਾ ਹੈ, ਇਜ਼ਨਟ ਇਟ? ਉਹ ਸਦਾ ਇੱਕ ਜਿਹਾ ਤੇ ਰਹਿੰਦਾ ਨਹੀਂ। ਦ ਪੀਪਲ ਹੂ ਆਰ ਲਿਵਿੰਗ ਇਨ ਦੋਜ਼ ਕੰਟਰੀਜ਼ ਜਿੱਥੇ ਅਸੀਂ ਕਹਿੰਦੇ ਹਾਂ ਕਿ ਟੈਂਪਰੇਚਰ ਆਲਮੋਸਟ ਇੱਕ ਜਿਹਾ ਰਹਿੰਦਾ ਹੈ, ਆਲਮੋਸਟ ਇੱਕ ਜਿਹਾ ਰਹਿੰਦਾ, ਉਹ ਇੱਕ ਦਿਨ 'ਚ ਕਈ ਵਾਰੀ ਚੇਂਜ ਹੁੰਦਾ ਆ, ਕਦੀ ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ, ਕਦੀ ਬਹੁਤ ਸਾਰੀ ਧੁੱਪ ਨਿਕਲ ਆਉਂਦੀ ਹੈ, ਇਟਸ ਟੂ ਮਚ ਸਨੀ ਔਰ ਇਟ ਗੈਟਸ ਟੂ ਮਚ ਹਿਊਮਿਡ ਸਮ ਅਦਰ ਡੇ, the other day it rains like ਉਹ ਬਹੁਤ ਜ਼ਿਆਦਾ ਹੈਵੀ ਰੇਨ ਹੋ ਜਾਂਦੀ ਹੈ, ਥੋੜਾ ਠੰਡਾ ਹੋ ਜਾਂਦਾ ਹੈ। ਸੋ ਇਟ ਚੇਂਜਸ, ਦ ਆਊਟਸਾਈਡ ਵੈਦਰ ਇਟ ਚੇਂਜਸ, ਉਹ ਚੇਂਜ ਹੁੰਦਾ ਰਹਿੰਦਾ ਹੈ। ਸੋ ਦ ਵੈਰੀ ਫਰਸਟ ਥਿੰਗ ਵਿਚ ਗੁਰੂ ਨਾਨਕ ਵਾਂਟਸ ਟੂ ਟੀਚ ਅਸ ਇਨ ਦਿਸ ਸ਼ਬਦ ਇਜ਼ ਅਬਾਊਟ ਵਿਸਾਖ, ਦੈਟ ਲਾਈਫ ਦੇ ਵਿੱਚ ਵੀ ਸੀਜ਼ਨ ਚੇਂਜ ਹੁੰਦੇ ਆ, ਇਨ ਆਵਰ ਲਾਈਫ, ਸਾਡੇ ਅੰਦਰ ਵੀ ਉਹ ਚੇਂਜ ਹੁੰਦੇ। ਜੋ ਸਾਡੀ ਬਾਹਰਲੀ ਲਾਈਫ ਹੈ, ਜੋ ਫਿਜ਼ੀਕਲ ਵਰਲਡ ਹੈ ਸਾਡਾ, ਉਹਦੇ 'ਚ ਅਲੱਗ-ਅਲੱਗ ਸੀਜ਼ਨ ਆਉਂਦੇ ਆ, ਲਾਈਕ ਵਿੰਟਰ, ਅਨਕਲੀਅਰ, ਕੁਛ ਵੀ ਕਲੀਅਰ ਨਹੀਂ ਹੈ। ਨਾਓ ਵਿੰਟਰ ਡਿਨੋਟ ਸਮਥਿੰਗ ਮਿਸਟੀ, ਕਲਾਉਡੀ, ਫੌਗੀ, ਫੌਗ ਹੈ, ਕਲੀਅਰ ਨਹੀਂ ਹੈ, ਲਾਈਫ ਦੇ ਵਿੱਚ ਕੁਛ ਵੀ ਕਲੀਅਰ ਨਜ਼ਰ ਨਹੀਂ ਆ ਰਿਹਾ। ਸੋ whenever we are in a phase, in such a phase in our lives when we are not clear about something or we are putting efforts ਔਰ ਕੁਛ ਵੀ ਨਿਕਲ ਨਹੀਂ ਰਿਹਾ, we are not getting the expected results, ਅਸੀਂ ਕਹਿੰਦੇ ਆ ਬੜਾ ਠੰਡਾ ਜਿਹਾ ਚੱਲ ਰਿਹਾ, ਬਹੁਤ ਠੰਡਾ ਜਿਹਾ ਫੇਜ਼ ਚੱਲ ਰਿਹਾ ਲਾਈਫ ਦਾ, ਅਸੀਂ ਇਹੀ ਕਹਿੰਦੇ ਆ ਨਾ। ਪਰ ਗੁਰੂ ਨਾਨਕ ਸੇਜ਼ ਕਿ ਫੇਜ਼ ਆਫ ਲਾਈਫ ਹੈ, ਜੇ ਸਰਦੀ ਆਈ ਸੀ ਪੋਹ ਮਾਘ ਦੀ, ਤਾਂ ਬਸੰਤ ਵੀ ਆਉਣਾ ਚੇਤ ਵਿਸਾਖ ਵਾਲਾ। ਰਿਮੈਂਬਰ ਦਿਸ ਕਿ although it's very hard or difficult times right now in your life, but it's just a phase, it's just like that season or weather, it will change। ਇੱਥੇ ਫੇਰ ਸਪਰਿੰਗ ਆਉਣੀ ਹੈ। as you know, the famous poet P.B. Shelley, English poet, he has written this, if winter comes can spring be far behind, ਜੇ ਵਿੰਟਰ ਆ ਗਿਆ ਤੇ ਸਪਰਿੰਗ ਕਿਹੜਾ ਦੂਰ ਹੈ, ਉਹਨੇ ਆ ਹੀ ਜਾਣਾ। ਪਰ ਕਿਤੇ ਇਹ ਨਾ ਹੋਵੇ ਕਿ ਮੈਨੂੰ ਲੱਗੇ ਕਿ ਹੁਣ ਮੇਰੇ ਜੀਵਨ ਵਿੱਚ ਸਭ ਕੁਝ ਆ ਗਿਆ, ਬੜਾ ਪੈਸਾ ਮੈਨੂੰ ਮਿਲ ਗਿਆ, ਆਈ ਹੈਵ ਗੋਟ ਲੋਟਸ ਐਂਡ ਲੋਟਸ ਆਫ ਵੈਲਥ, ਮੈਂ ਜਿਹੜਾ ਵੀ ਕੰਮ ਕਰਦਾ ਆਈ ਐਮ ਗੈਟਿੰਗ ਸੁਪਰ ਸਕਸੈਸ, ਸਭ ਕੁਝ ਮਿਲ ਰਿਹਾ, ਪਾਵਰ ਮਿਲ ਰਹੀ ਹੈ, ਰੈਕਗਨੀਸ਼ਨ ਮਿਲ ਰਹੀ ਹੈ, ਫੇਮ ਮਿਲ ਰਹੀ ਹੈ, ਆਈ ਹੈਵ ਸੋ ਮੈਨੀ ਆਫ ਫੋਲੋਵਰਸ, ਮਿਲੀਅਨਸ ਆਫ ਫੋਲੋਵਰਸ। ਉਹਨੂੰ ਕਹਿੰਦੇ ਨੇ ਪੰਜਾਬੀ 'ਚ ਕੀ ਕਹਿੰਦੇ, ਜਦੋਂ ਕਿਸੇ ਬੰਦੇ ਦੇ ਦਿਮਾਗ 'ਤੇ ਸਭ ਕੁਝ ਚੜ੍ਹ ਜਾਏ, ਵੈਨ ਇਟ ਰੀਚਸ ਯੋਰ ਹੈਡ, ਤਾਂ ਅਸੀਂ ਕਹਿੰਦੇ ਹਾਂ ਇਹਨੂੰ ਬੜੀ ਗਰਮੀ ਚੜ੍ਹ ਗਈ ਹੈ। ਤਾਂ ਉਹ ਕਿਹੜਾ ਸੀਜ਼ਨ ਹੋ ਗਿਆ? ਗਰਮੀ ਵਾਲਾ। ਪਰ ਯਾਦ ਰੱਖ, ਉਹ ਗਰਮੀ ਵੀ ਜ਼ਿਆਦਾ ਦੇਰ ਨਹੀਂ ਰਹਿੰਦੀ, ਹੈ ਨਾ। ਉਹ ਜਿਹੜੀ ਗਰਮੀ ਆਉਂਦੀ ਹੈ ਜੇਠ ਹਾੜ ਵਾਲੀ, ਉਹਦੇ ਬਾਅਦ ਫਿਰ ਫਾਲ ਆਉਂਦਾ ਹੈ, ਫਿਰ ਉਹਦੇ ਬਾਅਦ ਵਿੰਟਰ ਆ ਜਾਂਦਾ ਹੈ। ਸਿਮਿਲਰ ਇਜ਼ ਵਿਦ ਲਾਈਫ। ਜੇ ਮੈਨੂੰ ਅੱਜ ਲੱਗੇ ਮੇਰੇ ਇਟ ਗੋਜ਼ ਇਨ ਟੂ ਮਾਈ ਹੈਡ ਦੈਟ ਆਈ ਐਮ ਵੈਰੀ ਪਾਪੂਲਰ, ਆਈ ਹੈਵ ਲੋਟਸ ਐਂਡ ਲੋਟਸ ਆਫ ਪਾਵਰ, ਲੋਟਸ ਐਂਡ ਲੋਟਸ ਆਫ ਮਨੀ, ਬਹੁਤ ਸਾਰੇ ਫੋਲੋਵਰਸ, ਬੜੀ ਫੇਮ ਹੈ, ਬੜਾ ਨੇਮ ਹੈ, ਫਿਰ ਫਾਲ ਆਉਂਦਾ ਆ, ਫਿਰ ਵਿੰਟਰ ਆ ਜਾਂਦਾ, ਉਹ ਫੇਜ਼ ਫਿਰ ਆਉਂਦਾ ਜਿੱਥੇ ਕੁਝ ਵੀ ਨਹੀਂ ਚੱਲ ਰਿਹਾ। ਸੋ ਲਾਈਫ ਇਜ਼ ਲਾਈਕ ਦੈਟ, ਇਟ ਚੇਂਜਸ ਰੈਪਿਡਲੀ। ਕੁਛ ਵੀ ਚੀਜ਼ ਉੱਥੇ ਪਰਮਾਨੈਂਟ ਨਹੀਂ ਹੈ, ਇੱਕੋ ਚੀਜ਼ ਪਰਮਾਨੈਂਟ, ਦੇयर इज ਓਨਲੀ ਵਨ ਥਿੰਗ ਪਰਮਾਨੈਂਟ ਇਨ ਲਾਈਫ, ਦੈਟ ਇਜ਼ ਚੇਂਜ। ਚੇਂਜ ਇੱਕ ਇਹੋ ਜਿਹੀ ਚੀਜ਼ ਹੈ, ਬਦਲਾਅ ਵੀ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਕੋਈ ਨਹੀਂ ਬਦਲ ਸਕਦਾ। ਸੋ ਇਟ ਕੀਪਸ ਔਨ ਹੈਪਨਿੰਗ ਇਨ ਯੋਰ ਲਾਈਫ। ਲਾਈਫ ਇਜ਼ ਗੋਇੰਗ ਟੂ ਥਰੂ ਸਰਪ੍ਰਾਈਜ਼ਸ ਆਫਟਰ ਸਰਪ੍ਰਾਈਜ਼ਸ, ਚੰਗੇ ਵੀ ਮਾੜੇ ਵੀ, ਸੁੱਖ ਵੀ ਦੁੱਖ ਵੀ, ਲਾਸ ਵੀ, ਫੇਲੀਅਰ ਵੀ, ਤੇ ਉਹਦੇ ਬਾਅਦ ਤੁਹਾਡੀ ਸਕਸੈਸ ਵੀ। ਸਕਸੈਸ, ਫੇਲੀਅਰ, ਪੇਨ, ਪਲੇਜ਼ਰ, ਸੁੱਖ ਦੁੱਖ, ਇਹ ਰੋਟੇਟ ਹੁੰਦੇ ਰਹਿਣੇ, ਆਉਂਦੇ ਜਾਂਦੇ ਰਹਿਣੇ, ਸਦਾ ਇੱਕ ਜਿਹਾ ਟਾਈਮ ਨਹੀਂ ਰਹਿਣਾ। ਮੌਸਮ ਜਿਵੇਂ ਚੇਂਜ ਹੋ ਰਿਹਾ, ਤਾਂ ਜਿਵੇਂ ਪਹਿਲਾਂ ਬਿਲਕੁਲ ਠੰਡਾ ਮੌਸਮ ਸੀ, ਹੁਣ ਵਿਸਾਖ ਆ ਗਿਆ ਹੈ, ਹੁਣ ਇੱਥੇ ਖੁਸ਼ਹਾਲੀ ਆ ਗਈ, ਪੱਤੇ ਆ ਗਏ, ਫੁੱਲ ਆ ਗਏ, ਇਹ ਪੱਤੇ ਆਉਣਾ, ਫੁੱਲ ਆਉਣਾ, ਰੀਜੂਵੀਨੇਸ਼ਨ, ਅੰਦਰੋਂ ਕੁਛ ਆ ਗਿਆ ਹੈ। ਪਰ ਜਿਹੜੇ ਲੋਕ ਅੰਦਰੋਂ ਜਿਉਂਦੇ ਸੀ, ਹੁਣ ਸਰਦੀ ਦੇ ਵਿੱਚ ਬਹੁਤ ਸਾਰੇ ਰੁੱਖ ਜਿਹੜੇ ਨੇ, ਆਲਮੋਸਟ ਆਲ ਪਲਾਂਟ ਉਹ ਏਦਾਂ ਲੱਗ ਰਹੇ ਸੀ ਕਿ ਜਿਵੇਂ ਲਾਈਫਲੈਸ ਨੇ, ਉਹਨਾਂ 'ਚ ਲਾਈਫ ਹੀ ਹੈ ਨਹੀਂ। ਜਿਹੜੇ ਤੇ ਅੰਦਰੋਂ ਸੁੱਕ ਗਏ, ਉਹ ਬਸੰਤ ਆਉਣ ਤੇ ਹਰੇ ਨਹੀਂ ਹੁੰਦੇ, ਉਹਨਾਂ ਤੇ ਕੋਈ ਵੀ ਨਵੇਂ ਫੁੱਲ ਜਾਂ ਫਲਾਜ਼ ਜਾਂ ਕੋਈ ਲੀਵਸ ਨਹੀਂ ਆਉਂਦੀਆਂ। ਜਿਨ੍ਹਾਂ ਦੇ ਅੰਦਰ ਲਾਈਫ ਹੁੰਦੀ ਹੈ, ਉਹ ਜਦੋਂ ਬਸੰਤ ਆਉਂਦੀ ਹੈ ਤੇ ਖਿੜ ਜਾਂਦੇ ਆ, ਉਹਨਾਂ ਦੇ ਉੱਤੇ ਪੱਤੇ ਵੀ ਆ ਜਾਂਦੇ, ਉਹਨਾਂ ਦੇ ਉੱਤੇ ਫਲਾਜ਼ ਵੀ ਆ ਜਾਂਦੇ। ਸਿਮਿਲਰ ਵਿਦ ਲਾਈਫ, ਜੇ ਔਖੇ ਟਾਈਮ ਦੇ ਵਿੱਚ ਵੀ ਅਸੀਂ ਅੰਦਰੋਂ ਜਿਉਂਦੇ ਰਹੀਏ, ਫਿਰ ਕੀ ਹੈ? ਫਿਰ ਜਦੋਂ ਬਸੰਤ ਆਏਗੀ ਤਾਂ ਅਸੀਂ ਹੋਰ ਸੋਹਣੇ ਹੋ ਜਾਵਾਂਗੇ। ਦਿਸ ਇਜ਼ ਦ ਥਿੰਗ ਵਿਚ ਗੁਰੂ ਨਾਨਕ ਟੀਚਸ ਅਸ ਕਿ ਆਲਦੋ ਬਾਹਰੋਂ ਸਭ ਕੁਝ ਚੇਂਜ ਹੁੰਦਾ ਰਹਿੰਦਾ ਹੈ, ਸੀਜ਼ਨ ਚੇਂਜ ਹੁੰਦਾ ਰਹਿੰਦਾ ਹੈ, ਆਲ ਯੂ ਨੀਡ ਟੂ ਡੂ ਇਜ਼ ਕਿ ਅੰਦਰ ਵਿਸਾਖ ਰਹੇ, ਅੰਦਰ ਵਿਸਾਖ ਰਹੇ। ਵਿਸਾਖੀ ਦੀ ਸੈਲੀਬ੍ਰੇਸ਼ਨ ਗੁਰੂ ਨਾਨਕ ਵਾਂਟਸ ਟੂ ਟੀਚ ਅਸ ਇਜ਼ ਕਿ ਉਹ ਸੈਲੀਬ੍ਰੇਸ਼ਨ ਤੁਹਾਡੇ ਅੰਦਰ ਹਮੇਸ਼ਾ ਰਹਿਣੀ ਚਾਹੀਦੀ। ਅੰਦਰ ਵਿਸਾਖ ਆ ਜਾਵੇ, ਵੈਸਾਖ ਭਲਾ ਸ਼ਾਖਾ ਵੇਸ ਕਰੇ,
ਉਦੋਂ ਵਿਸਾਖ ਸਾਡੇ ਅੰਦਰ ਆ ਜਾਂਦਾ ਜਦੋਂ ਸਾਡੀ ਬ੍ਰਾਂਚਸ, ਸਾਡੀ ਸੈਂਸਸ ਜਿਹੜੀਆਂ ਨੇ ਉਹਨਾਂ 'ਚ ਖੁਸ਼ਹਾਲੀ ਆ ਜਾਂਦੀ ਹੈ ਨਾ। ਦੋਜ਼ ਡ੍ਰੌਪਿੰਗ ਸ਼ੋਲਡਰਸ ਐਂਡ ਡ੍ਰੌਪਿੰਗ ਹੈਡ, ਉਹ ਥੱਲੇ ਨੂੰ ਝੁਕਿਆ ਹੋਇਆ ਸਿਰ, ਉਹ ਥੱਲੇ ਨੂੰ ਡਿੱਗੇ ਹੋਏ ਮੋਢੇ, ਉਹਨੂੰ ਅਸੀਂ ਚੜ੍ਹਦੀ ਕਲਾ ਨਹੀਂ ਕਹਿੰਦੇ। ਵਟ ਵੀ ਕਾਲ ਇਨ ਖਾਲਸਾ ਪੰਥ, ਨਾਨਕ ਨਾਮ ਚੜ੍ਹਦੀ ਕਲਾ। ਸਿੱਖ ਕਿਹੋ ਜਿਹਾ ਜਿਹੜਾ ਚੜ੍ਹਦੀ ਕਲਾ ਚ, ਇਨ ਹਾਈ ਸਪਿਰਿਟਸ, ਜਿਹੋ ਜਿਹਾ ਮਰਜ਼ੀ ਟਾਈਮ ਹੈ, ਜਿਹੋ ਜਿਹਾ ਮਰਜ਼ੀ ਫੇਜ਼ ਆਫ ਲਾਈਫ ਹੈ, ਚੜ੍ਹਦੀ ਕਲਾ ਵਿੱਚ, ਹਾਈ ਸਪਿਰਿਟਸ ਵਿੱਚ ਰਹਿਣਾ। ਸੋ ਉਹ ਸਾਨੂੰ ਗੁਰੂ ਨਾਨਕ ਸਿਖਾਉਂਦੇ ਨੇ। ਤੇ ਇਹ ਵਿਸਾਖ ਦੇ ਮਹੀਨੇ ਦੇ ਪ੍ਰਥਾਏ ਸਾਨੂੰ ਸਮਝਾਉਂਦੇ ਨੇ ਕਿ ਵਿਸਾਖੀ ਕੀ ਹੁੰਦੀ ਹੈ। ਸਤਿਗੁਰੂ ਕਹਿੰਦੇ ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਜਿੱਦਾਂ ਘਰ ਆਇਆ, ਜਿੱਦਾਂ ਉਹ ਲੇਡੀ ਵੇਟ ਕਰ ਰਹੀ ਸੀ ਕਿ ਹਸਬੈਂਡ ਨੇ ਘਰ ਆਉਣਾ। ਹੁਣ ਘਰ ਕਿੱਥੇ ਹੈ? ਰੱਬ ਦਾ ਘਰ ਕਿੱਥੇ ਹੈ? ਪਰਮਾਤਮਾ ਦਾ ਘਰ ਕਿਸੇ ਮੰਦਿਰ, ਗੁਰਦੁਆਰੇ, ਕਿਸੇ ਮੌਸਕ ਵਿੱਚ, ਕਿਸੇ ਮਸੀਤ ਵਿੱਚ ਨਹੀਂ ਹੈ। ਉਹ ਤੇ ਹਰ ਜਗ੍ਹਾ ਆ। ਹੀ ਲਿਵਸ ਵਿਦ ਇਨ ਅਸ, ਸਾਡੇ ਅੰਦਰ ਹੈ। ਜਦੋਂ ਅਸੀਂ ਉਸ ਘਰ ਵਿੱਚ ਉਹਨੂੰ ਲੱਭ ਲੈਨੇ, ਉਹਨੂੰ ਪਾ ਲੈਨੇ। ਯੂ ਮਸਟ ਹੈਵ ਹਰਡ ਦਾ ਸ਼ਬਦ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਉਹ ਪ੍ਰਭੂ ਜਿਹੜਾ ਹੈ, ਦ ਲਾਰਡ, ਵਾਹਿਗੁਰੂ, ਗੋਡ, ਅੱਲਾ, ਰਾਮ, ਵਟ ਐਵਰ ਵੀ ਕਾਲ ਇਟ, ਉਹਨੂੰ ਅਸੀਂ ਆਪਣੇ ਅੰਦਰ ਹੀ ਮਿਲਣਾ ਹੈ। ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਘਰ ਵਿਦਿਨ ਮੀ, ਆਪਣੇ ਅੰਦਰ। ਉਹਨੂੰ ਮਿਲਣਾ ਹੈ ਆਪਣੇ ਅੰਦਰ। ਉਹ ਪਰਮਾਤਮਾ ਕਿਉਂ ਨੂੰ ਮਿਲਣਾ? ਬਿਕੋਜ਼ ਹੀ ਇਜ਼ ਦਾ ਸੋਰਸ ਆਫ ਜੋਏ। ਉਹੀ ਅਸਲੀ ਮੇਰੀ ਖੁਸ਼ੀ ਦਾ ਸੋਰਸ ਹੈ, ਸੋਰਸ ਆਫ ਆਲ ਹੈਪੀਨੈਸ। ਆਨੰਦ ਦਾ ਸਾਗਰ ਅਸੀਂ ਕਹਿੰਦੇ, ਸੁੱਖਾਂ ਦਾ ਸਾਗਰ, ਸੁੱਖ ਸਾਗਰ, ਸੁੱਖ ਸਾਗਰ ਗੋਪਾਲ, ਇਹੀ ਕਹਿੰਦੇ ਨਾ। ਉਹਨੂੰ ਆਪਣੇ ਘਰ ਮਿਲਣਾ ਹੈ। ਸਤਿਗੁਰੂ ਜੀ ਸੇਜ਼ ਘਰ ਆਓ ਪਿਆਰੇ ਦੁੱਤਰ ਤਾਰੇ। ਜਦੋਂ ਆਪਣੇ ਘਰ ਆ ਜਾਣਾ ਨਾ ਮੇਰੇ ਮਨਾ, ਵੈਨ ਯੂ ਕਮ ਇਨਸਾਈਡ ਐਂਡ ਫਾਈਂਡ ਐਂਡ ਰੈਕਗਨਾਈਜ਼ ਦੈਟ ਲਾਰਡ ਵਿਦਿਨ, ਜਦੋਂ ਉਹਨੂੰ ਮਿਲ ਲੈਣਾ, ਉਸ ਮਾਲਕ ਨੂੰ ਜਿਹੜਾ ਤੇਰਾ ਹੈਗਾ, ਜਿਹੜਾ ਤੇਰਾ ਕੰਤ ਹੈ, ਤੇਰਾ ਸਵਾਮੀ ਹੈ, ਜਿਹੜਾ ਤੇਰਾ ਸੋਰਸ ਆਫ ਹੈਪੀਨੈਸ ਹੈ, ਜਿਹੜਾ ਤੇਰਾ ਸੋਰਸ ਆਫ ਜੋਏ ਐਂਡ ਫੈਸਟੀਵਿਟੀਜ਼ ਹੈ, ਲਾਈਕ ਦ ਫੈਸਟੀਵਿਟੀਜ਼ ਆਊਟਸਾਈਡ ਇਨ ਦ ਮੰਥ ਆਫ ਵਿਸਾਖ। ਉਹ ਜਿਹੜੀ ਫੈਸਟੀਵਿਟੀਜ਼ ਲੋਕਾਂ ਨੂੰ ਮਿਲ ਕੇ ਹੈ ਕਿ ਇਹਨਾਂ ਦਿਨਾਂ 'ਚ ਗੈਟ ਟੂਗੈਦਰਸ ਹੋਣੀਆਂ ਆ, ਉਹ ਇੱਕ ਦੂਜੇ ਨੂੰ ਮਿਲਣਾ ਆ, ਉਹੀ ਖੁਸ਼ੀ ਜਿਹੜੀ ਹੈ ਸਦਾ ਤੇਰੇ ਅੰਦਰ ਆ ਸਕਦੀ ਹੈ ਜਦੋਂ ਤੂੰ ਅੰਦਰ ਆਵੇਂ ਤੇ ਉਸ ਮਾਲਕ ਨੂੰ ਮਿਲੇ ਜੋ ਤੇਰਾ ਸਦਾ ਹੈ। ਉਹ ਅੰਦਰ ਹੀ ਵੇਟ ਕਰ ਰਿਹਾ, ਹਮੇਸ਼ਾ ਹੀ ਅੰਦਰ ਹੈ, ਬਾਹਰ ਕਿਤੇ ਵੀ ਨਹੀਂ। ਤੇ ਜਿੱਦਾਂ ਬਾਹਰ ਮੌਸਮ ਬਦਲਦੇ ਨੇ, ਉਦਾਂ ਸੀਜ਼ਨ ਬਦਲਦੇ ਨੇ, ਉਦਾਂ ਜ਼ਿੰਦਗੀ 'ਚ ਸਮੇਂ ਬਦਲਦੇ ਰਹਿੰਦੇ ਨੇ। ਪਰ ਜੇ ਤੂੰ ਅੰਦਰ ਆ ਜਾਵੇਂ, ਇਫ ਯੂ ਐਜ਼ ਵੀ ਆਲ ਰੀਡ ਦਾ ਸ਼ਬਦ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜੇ ਤੂੰ ਅੰਦਰ ਟਿਕ ਕੇ ਬੈਠ ਜਾਏ, ਜੇ ਆਪਣੇ ਘਰ ਦੇ ਅੰਦਰ ਆ ਜਾਏ, ਵਿਦ ਇਨ ਯੋਰਸੈਲਫ, ਜਿੱਥੇ ਰੱਬ ਦਾ ਘਰ ਹੈ, ਜਿੱਥੇ ਤੇਰੇ ਅੰਦਰ ਉਹ ਰਹਿੰਦਾ ਹੈ। ਹੋਮ ਇਜ਼ ਵੇਅਰ ਯੂ ਗੈਦਰ ਗ੍ਰੇਸ। ਆਈ ਲਰਨਡ ਲੌਂਗ ਅਗੋ, ਇੱਕ ਪੋਇਮ ਪੜ੍ਹੀ ਸੀ ਕਿ ਉਹ ਘਰ ਹੈ ਜਿੱਥੇ ਆ ਕੇ ਸਾਰੀ ਗ੍ਰੇਸ ਮਿਲਦੀ ਹੈ। ਹੋਮ ਇਜ਼ ਵੇਅਰ ਯੂ ਗੈਦਰ ਗ੍ਰੇਸ। ਉਹ ਗ੍ਰੇਸ ਲੈਣ ਲਈ ਅੰਦਰ ਆਉਣਾ ਪੈਣਾ, ਆਪਣੇ ਅੰਦਰ, ਬਾਹਰ ਨਹੀਂ ਹੈ ਕਿਤੇ। So what we are trying to do is, we are trying to establish that source of our happiness or joy in things, in people, in money, in power. ਅਸੀਂ ਉਹ ਚ ਐਸਟੈਬਲਿਸ਼ ਕਰ ਲੈਂਦੇ ਕਿ ਇਹ ਮੈਨੂੰ ਖੁਸ਼ ਕਰ ਦੇਣਗੇ, ਪਰ ਉਹ ਨਹੀਂ ਕਰਦੀਆਂ। ਉਹ ਤਾਂ ਚੇਂਜ ਹੁੰਦੀਆਂ ਰਹਿੰਦੀਆਂ। ਉਹ ਤਾਂ ਵੈਦਰ ਚੇਂਜ ਹੋ ਜਾਂਦਾ ਹੈ, ਵਿੰਟਰ ਆ ਜਾਂਦਾ, ਸਮਰ ਆ ਜਾਂਦਾ ਹੈ, ਉਹ ਸਪਰਿੰਗ, ਅਲੱਗ-ਅਲੱਗ ਸਮਾਂ ਆਉਂਦੇ ਰਹਿੰਦੇ ਨੇ। ਤੇ ਉਹ ਜਦੋਂ ਕਿਤੇ ਫੁੱਲ ਖਿੜਨਗੇ ਉਦੋਂ ਅੱਛਾ ਲੱਗੇਗਾ, ਸਪਰਿੰਗ ਆ ਗਿਆ ਤਾਂ ਖੁਸ਼, ਵਿੰਟਰ ਆ ਗਿਆ ਤਾਂ ਦੁਖੀ। ਉਹ ਨਹੀਂ ਨਾ। So the real source of your happiness, your joy, eternal bliss, ਨਾਨਕ ਭਗਤਾਂ ਸਦਾ ਵਿਗਾਸ, ਸਦਾ ਰਹਿਣ ਵਾਲੀ ਖੁਸ਼ੀ, ਉਹ ਸੋਰਸ ਤੇਰੇ ਅੰਦਰ ਹੈ। ਜੇ ਉਹਦੇ ਤੇ ਫੋਕਸ ਕਰ ਲਿਆ, ਜੇ ਉਹਦੇ ਕੋਲ ਆ ਗਿਆ, ਫਿਰ ਦੁੱਤਰ ਤਾਰੇ, ਘਰ ਆਓ ਪਿਆਰੇ ਦੁੱਤਰ ਤਾਰੇ। ਦੁੱਤਰ means difficult, all those difficult times in your life, ਜਿਹੜੇ ਤੈਨੂੰ ਬੜੇ ਮੁਸ਼ਕਲ ਲੱਗ ਰਹੇ, when you feel some kind of blockage ਆ ਗਈ ਹੈ ਲਾਈਫ ਦੇ ਵਿੱਚ, ਸਟਕ ਹੋ ਗਏ ਆ ਲਾਈਫ ਦੇ ਵਿੱਚ, ਦੁੱਤਰ ਹੋ ਗਿਆ, ਮੁਸ਼ਕਲ ਹੋ ਗਿਆ ਚੱਲਣਾ। ਦੁਸ਼ਤਰ, ਇਟਸ ਫਰਮ ਸੰਸਕ੍ਰਿਤ ਵਰਡ, ਦੁਸ਼ਤਰ, ਦੁੱਤਰ। ਬੜਾ ਮੁਸ਼ਕਲ ਹੋ ਗਿਆ, ਡਿਫਿਕਲਟ ਹੋ ਗਿਆ ਲਾਈਫ ਦੇ ਵਿੱਚ ਅੱਗੇ ਚੱਲਣਾ। ਆਈ ਐਮ ਫੀਲਿੰਗ ਸਟਕ ਹੇਅਰ, ਆਈ ਐਮ ਫੀਲਿੰਗ ਕੋਈ ਬਸ ਅੱਗੇ ਨਿਕਲਿਆ ਨਹੀਂ ਜਾ ਰਿਹਾ। ਲਾਈਕ ਵੀ ਫੈਲਟ ਡਿਊਰਿੰਗ ਦਿਸ ਲਾਸਟ ਈਅਰ, ਕਰੋਨਾ ਸੀ, ਕੋਵਿਡ ਸੀ, ਸਾਨੂੰ ਲੱਗਿਆ ਕਿ ਲਾਈਫ ਜਿਹੜੀ ਥੰਮ ਗਈ। ਇਕਨੋਮਿਕਲੀ ਵੀ ਅਸੀਂ ਬੜੀ ਜਗ੍ਹਾ ਆਪਣੇ ਆਪ ਨੂੰ ਬੱਝੇ ਹੋਏ ਮਹਿਸੂਸ ਕੀਤਾ। ਆ ਜਾ ਵੀ ਨਹੀਂ ਸਕਦੇ ਸੀ, ਮਿਲ ਵੀ ਨਹੀਂ ਸੀ ਪਾ ਰਹੇ। ਬਹੁਤ ਲੋਕ ਜਿਹੜੇ ਨੇ ਇਸ ਸਮੇਂ ਦੇ ਵਿੱਚ ਦੇ ਫੈਲਟ ਦੈਟ ਮੈਂਟਲ ਬਲੌਕੇਜ ਟੂ, ਕਿ ਇੱਕਦਮ ਰੁਕ ਗਿਆ ਸਾਰਾ ਕੁਝ। ਤਾਂ ਲਾਈਫ ਦੇ ਵਿੱਚ ਐਸੇ ਸਮੇਂ ਜਿਹੜੇ ਆਉਣਗੇ ਜਿਨ੍ਹਾਂ ਦੇ ਵਿੱਚ ਅਸੀਂ ਸਟਕ ਮਹਿਸੂਸ ਕਰਾਂਗੇ। ਦੁਸ਼ਤਰ ਹੋ ਗਿਆ, ਦੁੱਤਰ ਹੋ ਗਿਆ। ਜੇ ਅਸੀਂ ਆਪਣੇ ਘਰ ਵਿੱਚ ਆ ਗਏ, ਜੇ ਅਸੀਂ ਆਪਣੇ ਅੰਦਰ ਬੈਠੇ ਉਸ ਪ੍ਰਭੂ ਨੂੰ, ਉਸ ਸਵਾਮੀ ਦੇ ਕੋਲ ਆ ਜਾਂਦੇ ਹਾਂ, ਘਰ ਆਓ ਪਿਆਰੇ,
ਦੁੱਤਰ ਤਾਰੇ। ਫਿਰ ਉਹ ਸਾਰੇ ਹਾਰਡ ਟਾਈਮਸ ਜਿਹੜੇ ਸਾਡੀ ਲਾਈਫ ਦੇ ਵਿੱਚ ਨੇ, ਵੈਨ ਵੀ ਫੀਲ ਦੈਟ ਇਟਸ ਵੈਰੀ ਡਿਫਿਕਲਟ ਟੂ ਮੂਵ ਅਹੈਡ ਨਾਓ, ਕਿ ਨਹੀਂ ਇਹ ਜੋ ਮੇਰਾ ਪਾਰਟਨਰ ਸੀ, ਮੇਰਾ ਫਰੈਂਡ ਸੀ, ਮੇਰਾ ਰਿਲੇਟਿਵ ਸੀ, ਮੇਰਾ ਸਾਥੀ ਸੀ, ਬੜਾ ਪਿਆਰਾ ਸੀ, ਇਸ ਤੋਂ ਬਿਨਾਂ ਮੈਂ ਨਹੀਂ ਜੀ ਸਕਦਾ। ਯੈਸ, ਇਟਸ ਟੂ ਹਾਰਡ, ਇਟਸ ਟੂ ਹਾਰਡ ਟੂ ਕਮ ਆਊਟ ਆਫ ਦੈਟ ਪੇਨ ਆਫ ਸੈਪਰੇਸ਼ਨ। ਪਰ ਉਸ ਹਾਰਡ ਟਾਈਮ ਦੇ ਵਿੱਚ ਅਸੀਂ ਅੱਗੇ ਕਿਵੇਂ ਵਧਣਾ? ਉਸ ਹਾਰਡ ਟਾਈਮ ਦੇ ਵਿੱਚ ਜਦੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਾਰੇ ਐਫਰਟਸ ਪਾ ਦਿੱਤੇ, ਆਈ ਪੁੱਟ ਆਲ ਮਾਈ ਸਿੰਸੀਅਰ ਐਫਰਟਸ, ਬਟ ਫੇਲੀਅਰ ਆ ਗਈ ਹੈ, ਉਹ ਹੈ ਹਾਰਡ ਟਾਈਮ। ਜਦੋਂ ਅਸੀਂ ਕਹਿੰਦੇ ਨਾ ਇਟਸ ਵੈਰੀ ਡਿਫਿਕਲਟ ਟੂ ਲੈਟ ਇਟ ਗੋ, ਤੇ ਉਹ ਡਿਫਿਕਲਟ ਹੈ ਨਾ, ਉਹ ਦੁਸ਼ਤਰ ਚੀਜ਼, ਉਹ ਅਲਟਰਾ ਡਿਫਿਕਲਟ ਜਿਹੜਾ ਸਾਨੂੰ ਲੱਗ ਰਿਹਾ ਹੈ, ਜਿੱਥੋਂ ਅਸੀਂ ਮੂਵ ਨਹੀਂ ਕਰ ਪਾ ਰਹੇ। ਗੁਰੂ ਨਾਨਕ ਸੇਜ਼ ਵਨਸ ਯੂ ਕਮ ਇਨਸਾਈਡ, ਜਦੋਂ ਆਪਣੇ ਅੰਦਰ ਆਉਣਾ ਆ, ਵੈਨ ਯੂ ਰੀਅਲੀ ਕਮ ਟੂ ਦ ਲਾਰਡ, ਵਨ ਹੂ ਇਜ਼ ਦ ਸੋਰਸ ਆਫ ਯੂਅਰ ਜੋਏ, ਜਿਹੜਾ ਤੇਰੀ ਸੋਰਸ ਦਾ ਅਸਲੀ, ਜਿਹੜਾ ਤੇਰੀ ਜੋਏ, ਜਿਹੜੀ ਹੈਪੀਨੈਸ ਦਾ ਅਸਲੀ ਸੋਰਸ ਹੈ, ਜਦੋਂ ਤੂੰ ਉਹਦੇ ਵੱਲ ਆਉਣਾ, ਫਿਰ ਤੂੰ ਦੁੱਤਰ ਤਰਦਾ। ਥਿਰ ਘਰ ਬੈਸੋ ਹਰਜਨ ਪਿਆਰੇ, ਥਿਰ ਕੇ ਅੰਦਰ ਟਿਕ ਕੇ ਅੰਦਰ ਬੈਠ, ਆਪਣੇ ਘਰ ਵਿੱਚ ਟਿਕ ਜਾ ਅੰਦਰ। ਬਾਹਰ ਲੱਭ ਰਿਹਾ ਤੂੰ ਸੁੱਖ, ਬੰਦਿਆਂ 'ਚ ਸੁੱਖ ਲੱਭ ਰਿਹਾ ਕਿ ਇਹ ਮੈਨੂੰ ਸੁੱਖ ਦੇਗਾ, ਉੱਥੇ ਡਿਸਅਪਾਇੰਟਮੈਂਟ ਹੋ ਜਾਂਦੀ ਹੈ, ਸਾਥ ਛੱਡ ਜਾਂਦੇ ਆ, ਫਿਜ਼ੀਕਲੀ ਵੀ ਛੱਡ ਜਾਂਦੇ ਆ, ਕਈ ਲੋਕੀ ਇਮੋਸ਼ਨਲੀ ਸਾਨੂੰ ਬ੍ਰੇਕ ਕਰਕੇ ਚਲੇ ਜਾਂਦੇ ਆ। ਅਸੀਂ ਚੀਜ਼ਾਂ 'ਚ ਆਬਜੈਕਟਸ ਵਿੱਚੋਂ ਸੁੱਖ ਲੱਭਦੇ ਹਾਂ, ਉਹ ਵੀ ਚੇਂਜ ਹੋ ਜਾਂਦੀਆਂ ਆ। ਹਾਲਾਤ, ਸਰਕਮਸਟੈਂਸਿਸ, ਅਸੀਂ ਉਹਨਾਂ 'ਚ ਖੁਸ਼ ਹੁੰਦੇ ਹਾਂ, ਬਟ ਉਹ ਵੀ ਚੇਂਜ ਹੋ ਜਾਂਦੇ ਆ। ਤਾਂ ਓਨਲੀ ਰੀਜ਼ਨ ਵਾਈ ਇਟਸ ਆਲ ਚੇਂਜਿੰਗ ਇਨਸਾਈਡ ਅਸ, ਅਸੀਂ ਅਪ ਡਾਊਨ ਕਿਉਂ ਕਰਦੇ ਰਹਿੰਦੇ? ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਦੀ at one time we are on the high seventh sky and the other moment we go down to the ethereal world, so ਅਸੀਂ ਬਿਲਕੁਲ ਥੱਲੇ ਡਿੱਗ ਜਾਂਦੇ, ਇਲੇਟਡ ਹੋ ਜਾਂਦੇ, ਇੱਕਦਮ ਹੀ ਬੜੇ ਤਾਂ ਚੜ ਜਾਂਦੇ, ਖੁਸ਼ ਹੋ ਜਾਂਦੇ, ਅਗਲੇ ਪਲ ਅਸੀਂ ਬਿਲਕੁਲ ਹੀ ਡਿੱਗ ਜਾਂਦੇ, because we have established all our joy and happiness in outer things and people and circumstances। ਜੇ ਅਸੀਂ ਇਹ ਜਾਣ ਲਈਏ that ਉਹ source of happiness ਉਹ ਸਾਡੇ ਅੰਦਰ ਹੈ, ਤਾਂ ਗੁਰੂ ਨਾਨਕ ਸੇਜ਼ ਘਰ ਆਓ ਪਿਆਰੇ, ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਉਹਦੇ ਤੋਂ ਬਿਨਾ ਅੱਧੀ ਦਮੜੀ ਦਾ ਵੀ ਮੁੱਲ ਨਹੀਂ ਹੈ। ਬਾਹਰੋਂ ਜਿੰਨੀਆਂ ਵੀ ਚੀਜ਼ਾਂ ਸਾਡੇ ਕੋਲ ਨੇ, ਉਹ ਠੀਕ ਹੈ, ਉਹਨਾਂ ਦੀ ਥੋੜੀ ਜੀ ਵੈਲਿਊ ਹੈਗੀ ਥੋੜੀ ਦੇਰ ਲਈ, ਪਰ ਉਹ ਵੈਲਿਊ ਅਗੇਨ ਉਹੀ, ਕਿਉਂਕਿ ਵੈਦਰ ਚੇਂਜ ਹੋ ਰਿਹਾ, ਕਿਉਂਕਿ ਬਾਹਰਲੀਆਂ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ, ਸੀਜ਼ਨ ਚੇਂਜ ਹੁੰਦੇ ਰਹਿੰਦੇ ਆ, ਲਾਈਫ ਟਾਈਮ ਜਿਹੜੇ ਵੱਖਰੇ ਵੱਖਰੇ ਆਉਂਦੇ ਰਹਿੰਦੇ ਆ, ਕਾਲ ਸਮੇਂ ਨੂੰ ਕਹਿੰਦੇ ਆ, ਉਹ ਚੇਂਜ ਹੁੰਦਾ ਰਹਿੰਦਾ ਹੈ। ਸੋ ਇਟ ਕੀਪਸ ਔਨ ਚੇਂਜਿੰਗ। ਇਸ ਕਰਕੇ ਉਹਨਾਂ ਦੇ ਨਾਲ ਜੁੜੇ ਹੋਏ ਸੁੱਖ ਦਾ ਕੋਈ ਬਹੁਤਾ ਮੁੱਲ ਨਹੀਂ ਹੈ, ਉਹ ਬਹੁਤੀ ਦੇਰ ਰਹਿੰਦਾ ਨਹੀਂ ਹੈ। ਇਟਸ ਐਫੇਮਰਲ, ਇਟਸ ਟੈਂਪਰਰੀ, ਉਹ ਬੜੇ ਥੋੜੀ ਦੇਰ ਦਾ ਆ, ਥੋੜ ਚਿਰਾਇਆ। ਇਸ ਕਰਕੇ ਉਹਦਾ ਕੋਈ ਇੰਨਾ ਮੁੱਲ ਨਹੀਂ। ਜੇ ਅਸੀਂ ਆਪਣੇ ਮਾਲਕ ਨੂੰ ਅੰਦਰੋਂ ਮਿਲਦੇ ਹਾਂ, ਇੱਕ ਸ਼ਾਂਤੀ, ਇੱਕ ਆਨੰਦ ਸਾਡੇ ਅੰਦਰ ਬਣ ਜਾਵੇ, ਫਿਰ ਸਾਡੀ ਵੈਲਿਊ ਬਣਦੀ। ਗੁਰੂ ਨਾਨਕ ਸੇਜ਼ ਕੀਮਤ ਕੌਣ ਕਰੇ ਤੁਧ ਭਾਵਾਂ, ਜੇ ਮੈਂ ਤੈਨੂੰ ਭਾ ਜਾਵਾਂ ਜਿਹੜਾ ਮੇਰੇ ਅੰਦਰ ਹੈ। ਨਾਓ here comes another beautiful ਇੱਕ ਟੌਪਿਕ ਜਿਹੜਾ ਹੈਗਾ ਆ, ਜਿਹੜਾ ਸਾਡੇ ਪੰਥ ਵਿੱਚ ਬੜਾ ਹੀ, ਅਸੀਂ ਕਈ ਵਾਰੀ ਉਸ ਚੀਜ਼ ਨੂੰ we take it for granted, ਕਿ ਤੁਧ ਭਾਵਾਂ, ਜੇ ਮੈਂ ਰੱਬ ਨੂੰ ਭਾ ਜਾਵਾਂ, ਫਿਰ ਤਾਂ ਕੀਮਤ ਕਹੀ ਨਹੀਂ ਜਾ ਸਕਦੀ, ਫਿਰ ਮੈਂ ਪ੍ਰਾਈਸਲੈਸ ਹੋ ਜਾਣਾ, ਇਨਵੈਲੂਏਬਲ ਹੋ, ਬੜੀ ਜ਼ਿਆਦਾ ਵੈਲਿਊ ਬਣ ਜਾਏਗੀ, ਫਿਰ ਤਾਂ ਕੋਈ ਮੇਰੀ ਕੀਮਤ ਨਹੀਂ ਦੇ ਸਕਦਾ ਜੇ ਮੈਂ ਉਹਨੂੰ ਭਾ ਜਾਵਾਂ, ਰੱਬ ਨੂੰ ਭਾ ਜਾਵਾਂ। ਨਾ what happens with us, ਅਸੀਂ ਫਿਰ ਬੜੀ ਜਲਦੀ ਇੱਕ ਆਪਣੀ ਵੀ ਹੈਵ ਦਿਸ ਪੈਟ ਡਾਇਲੋਗ, ਮੇਰੇ ਤੇ ਅਜੇ ਰੱਬ ਦੀ ਕਿਰਪਾ ਹੀ ਨਹੀਂ ਹੋਈ। ਉਹ ਜਿਹੜੇ ਉਹਨੂੰ ਭਾ ਜਾਂਦੇ ਆ, ਉਹਨਾਂ ਦੇ ਉੱਤੇ ਕਿਰਪਾ ਕਰ ਦਿੰਦਾ ਆ। ਇਹੀ ਕਹਿੰਦੇ, ਦਾਤਾ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ। ਆਖਿਰ ਜੀ ਗੁਰਬਾਣੀ 'ਚ ਤੇ ਇਹ ਲਿਖਿਆ ਕਿ ਜਿਹੜੇ ਉਹਨੂੰ ਭਾ ਜਾਂਦੇ, whomsoever the God likes, ਜਿਨ੍ਹਾਂ ਨੂੰ ਉਹ ਲਾਈਕ ਕਰ ਲੈਂਦਾ, ਉਹਨਾਂ ਨੂੰ ਉਹ ਦੇ ਦਿੰਦਾ ਆ, ਮੈਨੂੰ ਦਿੰਦਾ ਨਹੀਂ। ਸੋ ਐਜ਼ ਇਫ we are trying to say that I am good, I am okay, I do everything right, ਬਸ ਪਰਮਾਤਮਾ ਵੱਲੋਂ ਹੀ ਕਮੀ ਹੈ ਕਿ ਉਹਦੀ ਕਿਰਪਾ ਨਹੀਂ ਹੋ ਰਹੀ, ਉਹੀ ਗ੍ਰੇਸ ਨਹੀਂ ਕਰ ਰਿਹਾ। ਐਸਾ ਨਹੀਂ ਹੈ। See, when we live in our society, even in our families, ਅਸੀਂ ਕਿਹਨੂੰ ਪਸੰਦ ਕਰਦੇ ਹਾਂ? whom we like, ਸਾਨੂੰ ਕੌਣ ਪਾਉਂਦਾ ਆ? ਸਾਨੂੰ ਕੌਣ ਪਾਉਂਦਾ? ਜਿਹੜਾ ਸਾਡੇ ਹਿਸਾਬ ਨਾਲ ਚੰਗਾ ਆ, ਜਿਹਦੇ 'ਚ ਕੁਝ ਗੁਣ ਨੇ, a person who has some kind of qualities, some kind of virtues, a person who is like me, ਜਿਹੜਾ ਮੇਰੇ ਵਰਗਾ ਆ, ਉਹ ਮੈਨੂੰ ਪਸੰਦ ਹੈ, ਉਹਦੀ ਸੋਚ ਮੇਰੇ ਵਰਗੀ ਹੈ, ਉਹ ਮੇਰੇ ਵਾਂਗ ਸੋਚਦਾ ਆ, ਉਹ ਚੰਗਾ ਹੈ, ਇਮਾਨਦਾਰ ਹੈ, ਹਨਾ, ਕੁਆਲਿਟੀਜ਼ ਨੇ ਨਾ, ਮਿੱਠਾ ਬੋਲਦਾ ਆ, ਆਈ ਲਾਈਕ ਹਿਮ। ਬਸ ਇਹੀ ਤੇ ਗੱਲ ਹੈ। ਸਾਡੀ ਲਾਈਫ ਦੇ ਵਿੱਚ, ਫੈਮਿਲੀ ਦੇ ਵਿੱਚ, ਸਮਾਜ ਵਿੱਚ, ਇਨ ਸੁਸਾਇਟੀ, ਅਸੀਂ ਉਸ ਨੂੰ ਪਸੰਦ ਕਰਦੇ ਜਿਹੜਾ ਸਾਡੇ ਵਰਗਾ ਹੈ, ਤੇ ਪ੍ਰਮਾਤਮਾ ਵੀ ਉਹਨੂੰ ਪਸੰਦ ਕਰਦਾ ਜਿਹੜਾ ਉਹਦੇ ਵਰਗਾ ਹੋ ਜਾਂਦਾ। ਤੇ ਉਹ ਕੀ ਹੈ? ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਉਹ ਤੇ ਗੁਣਾਂ ਦਾ ਖਜ਼ਾਨਾ ਹੈ। ਦ ਸਮ ਟੋਟਲ ਆਫ ਆਲ ਗੁੱਡਨੈਸ ਇਜ਼ ਗॉड।
ਤੋ ਜਿਵੇਂ ਜਿਵੇਂ ਅਸੀਂ ਗੁੱਡਨੈਸ ਲੈ ਕੇ ਆਉਂਦੇ, ਗੁਣ ਲੈ ਕੇ ਆਉਂਦੇ ਆ, ਅਸੀਂ ਉਹਦੇ ਵਰਗੇ ਹੁੰਦੇ ਜਾਂਦੇ। ਵੀ ਬਿਕਮ ਲਾਈਕ ਗॉड। ਜਦੋਂ ਅਸੀਂ ਉਹਦੇ ਵਰਗੇ ਹੁੰਦੇ ਜਾਂਦੇ, ਫਿਰ ਉਹਨੂੰ ਭਾ ਜਾਂਦੇ, ਫਿਰ ਅਸੀਂ ਉਹਨੂੰ ਪਸੰਦ ਆ ਜਾਂਦੇ, ਫਿਰ ਅਸੀਂ ਉਹਦੇ ਵਿੱਚ ਰਲਦੇ ਹਾਂ, ਫਿਰ ਹੀ ਅਸੀਂ ਉਹਨੂੰ ਮਿਲ ਸਕਦੇ ਹਾਂ, ਅਦਰਵਾਈਜ਼ ਨਹੀਂ ਮਿਲ ਸਕਦੇ। We cannot find God in some place, in some cave, on some mountain, in some jungle, in some person। ਇੱਕ ਬੰਦੇ 'ਚ ਸਾਨੂੰ ਲੱਭੇਗਾ, ਇਹ ਨਹੀਂ। ਉਹ ਸਾਡੇ ਅੰਦਰ ਹੀ ਮਿਲੇਗਾ। ਤੇ ਮਿਲੇਗਾ ਵੀ ਕਿੱਦਾਂ? ਇੱਦਾਂ ਨਹੀਂ ਕਿ ਕੋਈ ਵੱਖਰਾ ਆਏਗਾ ਕਿਤੋਂ। We have to be one with him। ਉਹਦੇ ਨਾਲ ਰਲਣਾ ਪਏਗਾ। ਉਹਦੇ ਨਾਲ ਰਲਣ ਦੀ ਗੱਲ ਕਰ ਰਹੇ। ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਮੈਂ ਤੈਨੂੰ ਭਾ ਜਾਵਾਂ, ਫਿਰ ਮੇਰੀ ਕੀਮਤ ਕੌਣ ਕਹਿ ਸਕਦਾ ਹੈ? ਫਿਰ ਇਨਵੈਲੂਏਬਲ ਹੋ ਗਿਆ, ਪ੍ਰਾਈਸਲੈਸ ਹੋ ਗਿਆ, ਬਹੁਤ ਪ੍ਰੈਸ਼ੀਅਸ ਹੋ ਗਿਆ। ਦੇਖ ਦਿਖਾਵਾ ਢੋਲੋ, ਜੇ ਕਿਤੇ ਮੈਂ ਦੇਖ ਲਵਾਂ ਜਿਹੜਾ ਮੇਰੇ ਅੰਦਰ ਢੋਲ ਡੀਅਰ ਵਨ ਲਾਰਡ ਹੈਗਾ, ਜੇ ਕਿਤੇ ਮੈਂ ਉਹਨੂੰ ਦੇਖ ਲਵਾਂ, ਰੈਕਗਨਾਈਜ਼ ਕਰ ਲਵਾਂ, ਰੀਅਲਾਈਜ਼ ਕਰ ਲਵਾਂ, ਜੇ ਮੈਂ ਰੀਅਲਾਈਜ਼ ਕਰ ਲਵਾਂ, ਜੇ ਉਹਦੇ ਵਿੱਚ ਰਲ ਜਾਵਾਂ। ਨਦੀਆਂ ਆਤਾ ਹੈ ਵਾਹ ਪਵੇਂ ਸਮੁੰਦ ਨਾ ਜਾਣੀ ਹੈ। ਨਦੀਆਂ ਨਾਲਿਆਂ ਦਾ ਪਾਣੀ, ਦੋਜ਼ ਰਿਵਰਸ ਐਂਡ ਦੋਜ਼ ਉਹ ਜਿੰਨੇ ਵੀ ਬਰੁਕਸ ਨੇ, ਉਹ ਜਦੋਂ ਪੈਂਦੇ ਨੇ ਜਾ ਕੇ ਉਹਦੇ ਵਿੱਚ ਸਮੁੰਦਰ ਦੇ ਵਿੱਚ, ਓਸ਼ਨ 'ਚ, ਤੇ ਫਿਰ ਉਹਨਾਂ ਨੂੰ ਵੱਖ ਨਹੀਂ ਕਰ ਸਕਦਾ। ਨੋ ਵਨ ਕੈਨ ਸੈਪਰੇਟ ਦੈਟ ਵਾਟਰ ਅਗੇਨ। ਦਿਸ ਇਜ਼ ਇਹ ਵਾਲੀ ਰਿਵਰ ਹੈ, ਇਹ ਵਾਲੀ ਰਿਵਰ ਹੈ, ਉਹ ਰਲ ਜਾਂਦੀਆਂ ਉਹਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਅਸੀਂ ਸੁਣਦੇ ਹੁੰਦੇ ਨਾ, ਗੁਰ ਕਿਰਪਾ ਜਿਹ ਨਾਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਬਾਣੀ। ਹੁਣ ਗੋਬਿੰਦ ਦੇ ਵਿੱਚ ਲੀਨ ਕਿਵੇਂ ਹੋਣਾ? ਗੁਰੂ ਨਾਨਕ ਹੈ ਸੇਜ਼, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕੀਮਤ ਕੋਈ ਨਹੀਂ ਕਹਿ ਸਕਦਾ ਫਿਰ ਉਹਦੀ, ਮੰਨੇ ਕੀ ਗੱਤ ਕਹੀ ਨਾ ਜਾਏ। ਜਿਹੜਾ ਉਹਦੇ ਨਾਲ ਮਿਲ ਗਿਆ, ਉਹਦੀ ਫਿਰ ਕੀਮਤ ਕਹੀ ਨਹੀਂ ਜਾ ਸਕਦੀ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਜਦੋਂ ਅਸੀਂ ਉਹਨੂੰ ਦੂਰ ਨਹੀਂ ਜਾਣਿਆ, what happens with us is we are considering God as far away, sitting on seventh sky, ਕਿਤੇ ਹੈਵਨ ਦੇ ਵਿੱਚ ਬੈਠਾ ਹੈ, ਕਿਤੇ ਦੂਰ ਬੈਠਾ ਹੈ, ਤੇ ਅਸੀਂ ਉਹਨੂੰ ਬੁਲਾਉਣਾ ਹੈ। ਜਦੋਂ ਉਹਨੂੰ ਦੂਰ ਨਹੀਂ ਜਾਣਿਆ, ਅੰਤਰ ਮਾਨਾ, ਆਪਣੇ ਅੰਦਰ ਮੰਨ ਲਿਆ, ਮਾਣ ਲਿਆ, ਉਹਨੂੰ ਅੰਦਰ ਹੀ ਮਾਣ ਲਿਆ ਕਿ ਮੇਰੇ ਅੰਦਰ ਹੀ ਹੈ। ਜਦੋਂ ਉਹਨੂੰ ਅੰਦਰ ਲੱਭ ਲਿਆ, ਫਿਰ ਹਰ ਕਾ ਮਹਿਲ ਪਛਾਨਾ, when we recognize that the palace of that Lord, the palace of my peace, ਉਹ ਮੇਰੇ ਅੰਦਰ ਹੈ। the palace of that king, the source of joy, ਉਹ ਵਾਹਿਗੁਰੂ, ਉਹ ਮੇਰੇ ਅੰਦਰ ਹੈ। ਜਦੋਂ ਉਹਨੂੰ ਪਛਾਣ ਲਿਆ, ਗੁਰੂ ਨਾਨਕ says, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਉਦੋਂ ਹੁੰਦੀ ਹੈ ਵਿਸਾਖੀ, ਉਦੋਂ ਆਉਂਦਾ ਹੈ ਵਿਸਾਖ। ਵਿਸਾਖ ਇਜ਼ ਸੈਲੀਬ੍ਰੇਸ਼ਨਸ, ਵਿਸਾਖੀ ਇਜ਼ ਸੈਲੀਬ੍ਰੇਸ਼ਨ। ਤੋ ਸਾਡੀ ਲਾਈਫ ਦੇ ਵਿੱਚ ਉਦੋਂ ਸੈਲੀਬ੍ਰੇਸ਼ਨਸ ਆ ਜਾਂਦੀਆਂ ਨੇ, ਹਮੇਸ਼ਾ ਲਈ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਲਈ ਸੈਲੀਬ੍ਰੇਸ਼ਨਸ ਆ ਜਾਂਦੀਆਂ ਨੇ। ਬਾਹਰੋਂ ਹੁਣ ਮੌਸਮ ਚੇਂਜ ਹੋ ਰਿਹਾ, ਭਾਵੇਂ ਵਿਸਾਖ ਆਵੇ ਤੇ ਭਾਵੇਂ ਜੇਠ ਆਵੇ, ਭਾਵੇਂ ਹਾੜ ਆਵੇ, ਭਾਵੇਂ ਦਸੰਬਰ ਆਵੇ, ਭਾਵੇਂ ਮਈ ਜੂਨ ਆਵੇ। ਬਾਹਰੋਂ ਆਉਣ ਸੁੱਖ, ਭਾਵੇਂ ਆਉਣ ਦੁੱਖ। ਬਾਹਰੋਂ ਆਵੇ ਸਕਸੈਸ ਔਰ ਫੇਲੀਅਰ ਔਰ ਪੇਨ ਔਰ joy or pleasure or whatever, profit ਹੋਵੇ, loss ਹੋਵੇ, ਮਿਲਣਾ ਹੋਵੇ, ਵਿਛੜਨਾ ਹੋਵੇ, ਕੁਛ ਵੀ ਹੋਵੇ, ਬਟ ਅੰਦਰ ਇੱਕ ਫੈਸਟੀਵਿਟੀ, ਅੰਦਰ ਇੱਕ ਸੈਲੀਬ੍ਰੇਸ਼ਨ ਆ ਗਈ। ਉਹ ਕਦੋਂ ਆਈ? ਨਾਨਕ ਵੈਸਾਖੀ ਪ੍ਰਭ ਪਾਵੈ। ਇਹ ਵਿਸਾਖੀ, ਇਹ ਸੈਲੀਬ੍ਰੇਸ਼ਨ ਉਦੋਂ ਅੰਦਰ ਆਈ ਜਦੋਂ ਪ੍ਰਭੂ ਨੂੰ ਪਾ ਲਿਆ, ਜਦੋਂ ਪ੍ਰਮਾਤਮਾ ਨੂੰ ਮਿਲ ਲਿਆ। ਕਿੱਥੇ ਮਿਲੇ? ਅੰਦਰ। ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਮਿਲੇ ਕਿਵੇਂ? ਸੁਰਤ ਸ਼ਬਦ ਮਨ ਮਾਨਾ। ਜਦੋਂ ਮਨ ਤੇ ਸੁਰਤ ਇਹ ਸ਼ਬਦ ਦੇ ਨਾਲ ਮੰਨ ਗਏ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਗੁਰੂ ਕੇ ਸ਼ਬਦ, ਉਸ ਗਿਆਨ, ਉਸ ਇਟਰਨਲ ਵਿਜ਼ਡਮ ਨੂੰ ਜਿਹੜੇ ਮੇਰਾ ਅੰਦਰ ਆ ਕੇ ਬੈਠਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਗੁਰੂ ਕੀ ਹੈ? ਗਿਆਨ, ਗੁਰੂ ਦੀ ਕਹੀ ਹੋਈ ਗੱਲ, ਗੁਰੂ ਦਾ ਦੱਸਿਆ ਹੋਇਆ ਗਿਆਨ, ਦਾ ਟੀਚਿੰਗਸ, ਦਾ ਵਰਡਸ, ਦਾ ਵਿਜ਼ਡਮ ਆਫ ਗੁਰੂ ਵਿਚ ਇਜ਼ ਵਿਦਿਨ ਮੀ। ਉਹ ਤੇ ਹਰ ਵੇਲੇ ਮੇਰੇ ਨਾਲ ਹੈ। ਜਦੋਂ ਮੈਂ ਉੱਤੇ ਫੋਕਸ ਕਰਨਾ ਸ਼ੁਰੂ ਕੀਤਾ, ਵਰਕ ਕਰਨਾ ਸ਼ੁਰੂ ਕੀਤਾ ਆਪਣੇ ਆਪ ਤੇ ਮੈਂ ਜਾਣਿਆ ਕਿ ਮੈਂ ਪਰਮਾਤਮਾ ਨੂੰ ਭਾਉਣਾ ਆ। ਜਿਹੜਾ ਉਹਨੂੰ ਭਾ ਜਾਂਦਾ, ਉਹਨੂੰ ਉਹ ਮਿਲ ਜਾਂਦਾ। ਤੇ ਭਾਉਣਾ ਕਿਵੇਂ? ਉਹਦੇ ਵਰਗੇ ਹੋਣਾ ਪੈਣਾ। ਹੁਣ ਗੁਰੂ ਤੇਗ ਬਹਾਦਰ ਦੀ ਗੱਲ ਯਾਦ ਕਰੋ। ਗੁਰ ਕਿਰਪਾ, ਗੁਰੂ ਦੀ ਕਿਰਪਾ ਕੀ ਹੈ? ਗੁਰੂ ਦਾ ਸ਼ਬਦ, ਦਾ ਟੀਚਿੰਗਸ ਆਫ ਦਾ ਗੁਰੂ। ਜਿਹ ਨਾਰਕੋ ਕੀਨੀ। ਹੁਣ ਗੁਰੂ ਸਾਰਿਆਂ ਨੂੰ ਸ਼ਬਦ ਦੇ ਰਿਹਾ। ਜਿਹੜਾ ਵਿਅਕਤੀ ਉਸ ਸ਼ਬਦ ਦੀ ਕਿਰਪਾ ਲੈ ਲੈਂਦਾ ਹੈ, ਇੰਟਰਨਲਾਈਜ਼ ਕਰ ਲੈਂਦਾ ਉਸ ਵਿਜ਼ਡਮ ਨੂੰ। So when we internalize the wisdom, the teachings, the words of our Guru, then we receive that ਕਿਰਪਾ of our Guru। ਫਿਰ ਅਸੀਂ ਗੁਰੂ ਦੀ ਕਿਰਪਾ ਲੈ ਲਈ। ਨਹੀਂ ਤੇ ਸ਼ਬਦ ਤੇ ਅਸੀਂ ਸੁਣ ਰਹੇ ਸੀ, when we are not internalizing that ਸ਼ਬਦ, we are not heeding to the words of our Guru, ਫਿਰ ਅਸੀਂ ਕਿਰਪਾ ਨਹੀਂ ਲੈ ਰਹੇ, ਫਿਰ ਅਸੀਂ ਸਿਰਫ ਸੁਣ ਰਹੇ ਹਾਂ, entertainment ਕਰ ਰਹੇ ਹਾਂ, ਆਪਣੀ ਉਹ ਕੰਨਾਂ 'ਚ ਪੈ ਰਹੀ ਹੈ। ਜਦੋਂ ਅਸੀਂ ਉਸ ਤੇ ਵਰਕ ਕਰਨ ਲੱਗ ਜਾਂਦੇ ਹਾਂ,
ਉਹਨੂੰ ਡਾਈਜੈਸਟ ਕਰਕੇ ਉਹਨੂੰ ਆਪਣੀ ਲਾਈਫ ਤੇ ਅਪਲਾਈ ਕਰਨ ਲੱਗ ਜਾਂਦੇ ਆ, ਫਿਰ ਕਿਰਪਾ ਹੋ ਗਈ। ਜੇ ਨਾਰਕੋ ਕੀਨੀ ਤੇ ਇਹ ਜੁਗਤ ਪਛਾਨੀ, ਦੇ ਗॉट ਦ ਸੀਕ੍ਰੇਟ, ਉਹਨਾਂ ਨੂੰ ਸੀਕ੍ਰੇਟ ਮਿਲ ਗਿਆ। ਕਿਹੜਾ ਸੀਕ੍ਰੇਟ? ਨਾਨਕ ਲੀਨ ਭਇਓ ਗੋਬਿੰਦ ਸਿਉ, ਉਹ ਗੋਬਿੰਦ ਵਿੱਚ ਰਲ ਗਏ, ਉਹ ਵਾਹਿਗੁਰੂ ਵਿੱਚ ਰਲ ਗਏ। ਨਾਨਕ ਵੈਸਾਖੀ ਪ੍ਰਭ ਪਾਵੈ, ਉਹਨਾਂ ਦੀ ਵਿਸਾਖੀ ਹੋ ਗਈ, ਉਹਨਾਂ ਦੀ ਸੈਲੀਬ੍ਰੇਸ਼ਨ ਹੋ ਗਈ ਲਾਈਫ ਦੇ ਵਿੱਚ ਹਮੇਸ਼ਾ ਲਈ, ਕਿਉਂਕਿ ਉਹ ਗੋਬਿੰਦ ਨੂੰ ਮਿਲ ਗਏ। ਗੋਬਿੰਦ ਜਿਹੜਾ ਅੰਦਰ ਹੈ, ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਘਰੇ ਮਿਲਣਾ। ਮਿਲਣਾ ਕਿਵੇਂ ਆ? ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਪਾਣੀ ਚ ਰਲ ਜਾਂਦਾ। when you mix 2 glasses of water you cannot separate them again, ਕਿ ਉਹੀ ਪਾਣੀ ਵਾਪਸ ਤੇ ਨਹੀਂ ਲੈ ਸਕਦੇ। ਯੈਸ, ਉਹਨੂੰ ਅਲੱਗ-ਅਲੱਗ ਗਲਾਸ ਚ ਪਾ ਸਕਦੇ ਹੋ, ਕੱਪਸ ਪਾ ਸਕਦੇ ਹੋ, ਬਟ ਇਟ ਵਿਲ ਨਾਟ ਬੀ ਦ ਸੇਮ। ਮਿਕਸ ਹੋ ਗਿਆ। ਹੁਣ ਕਿਵੇਂ ਪਾਣੀ ਪਾਣੀ ਚ ਰਲਦਾ? ਇੱਕ ਬਿਊਟੀਫੁਲ ਸ਼ਬਦ, ਇਜ਼ ਅ ਬਿਊਟੀਫੁਲ, ਵੈਰੀ beautiful shabad by Guru Arjan, which all of us have heard some or other time. Usually we sing it on, ਕਿਸੇ ਦੀ funeral ਤੇ ਕਿਸੇ ਦੀ death ਤੇ ਅਸੀਂ ਗਾ ਦਿੰਨੇ ਆ, ਕਿਉਂਕਿ ਸਾਨੂੰ ਲੱਗਦਾ ਕਿ ਸ਼ਾਇਦ ਉਸ ਮੌਕੇ ਅੱਛਾ ਲੱਗਦਾ। ਸਾਰੇ ਸ਼ਬਦ ਹਰ ਵੇਲੇ ਚੰਗੇ ਲੱਗਦੇ ਆ। ਖੈਰ, ਬੜਾ ਸੋਹਣਾ ਸ਼ਬਦ ਹੈ। ਗੁਰੂ ਅਰਜਨ ਪਾਤਸ਼ਾਹ ਉਹ ਫਰਮਾਨ ਕਰਦੇ ਨੇ, ਹੀ ਸੇਜ਼ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਵਿਸਾਖੀ ਕੀ ਹੁੰਦੀ ਹੈ? ਹੁਣ ਜਾਣੀਏ। I want to sum up with this beautiful shabad. ਅਸੀਂ ਗੁਰੂ ਨਾਨਕ ਨੂੰ ਸੁਣਿਆ, we just heard ਗੁਰੂ ਨਾਨਕ, and he says ਕਿ ਬਾਹਰਲਾ ਮੌਸਮ ਬਦਲਦਾ ਆ, ਵਿਸਾਖ ਆ ਗਈ, ਫੁੱਲ ਖਿੜ ਗਏ, ਬਾਅਦ ਸਰਦੀਆਂ ਫੇਰ ਆ ਜਾਣੀਆਂ, ਬਾਹਰਲਾ ਮੌਸਮ ਫੇਰ ਚੇਂਜ ਹੋ ਜਾਣਾ। ਤੇ ਪਰ ਜਿਨ੍ਹਾਂ ਦੇ ਘਰ ਅੰਦਰ ਪ੍ਰਭੂ ਨੂੰ ਮਿਲ ਲਿਆ, ਜਿਨ੍ਹਾਂ ਨੇ ਆਪਣੇ ਅੰਦਰ ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਉਹਨੂੰ ਮਿਲ ਲਿਆ, ਨਾਨਕ ਵੈਸਾਖੀ ਪ੍ਰਭ ਪਾਵੈ, ਉਹਨਾਂ ਦਾ ਫਿਰ ਮੁੱਲ ਜਿਹੜਾ ਨਾ ਉਹ ਕਿਹਾ ਨਹੀਂ ਜਾ ਸਕਦਾ। ਜਦੋਂ ਵਨਨੈਸ ਆ ਗਈ ਪ੍ਰਮਾਤਮਾ ਦੇ ਨਾਲ ਅੰਦਰ, ਜਦੋਂ ਉਹਨੂੰ ਮਿਲ ਲਿਆ, ਫਿਰ ਵਿਸਾਖੀ ਹੈ, ਫਿਰ ਸੈਲੀਬ੍ਰੇਸ਼ਨਸ ਨੇ ਹਮੇਸ਼ਾ ਲਈ, ਸਦਾ ਲਈ। ਫਿਰ ਬਾਹਰੋਂ ਜਿਹੜਾ ਮਰਜ਼ੀ ਮੌਸਮ ਆਉਂਦਾ ਜਾਂਦਾ ਰਹੇ, ਫਿਰ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਸਦਾ ਆਨੰਦ। ਹੁਣ ਸ਼ਲੋਕ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਉਹਨਾਂ ਦੇ ਸਦਾ ਹੀ ਬਸੰਤ ਹੈ, ਸਦਾ ਹੀ ਵਿਸਾਖੀ ਹੈ, ਜਿਨ੍ਹਾਂ ਦਾ ਕੰਤ ਘਰ ਵਸਿਆ ਹੋਇਆ। ਤੋ ਜਿਨ੍ਹਾਂ ਨੇ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਮਿਲ ਲਿਆ, one who has recognized, realized and become one with the Lord, the joy of happiness, the source of joy and happiness within, ਜਿਹੜਾ ਉਹਦੇ ਨਾਲ oneness ਅਚੀਵ ਕਰ ਲਈ, ਉਹ ਸਦਾ ਬਸੰਤ ਵਿੱਚ, ਸਦਾ ਹੀ ਵਿਸਾਖੀ ਹੈ ਉਹਦੀ, ਹਮੇਸ਼ਾ ਹੀ। ਨਾਨਕ ਵੈਸਾਖੀ ਪ੍ਰਭ ਪਾਵੈ, ਪ੍ਰਭੂ ਨੂੰ ਮਿਲ ਕੇ ਵਿਸਾਖੀ ਹੈ। ਕਿਵੇਂ ਹੈ? ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਹੁਣ ਜਾਣੀਏ, ਲੈਟ ਅਸ ਸੀ ਕਿ ਪਾਣੀ ਪਾਣੀ ਚ ਕਿਵੇਂ ਰਲ ਕੇ ਵਿਸਾਖੀ ਕਿਵੇਂ ਹੁੰਦੀ ਹੈ। ਪਾਣੀ ਪਾਣੀ ਚ ਰਲ ਗਿਆ, ਜਲ ਕਾ ਜਲ ਹੂਆ ਰਾਮ। ਸੂਰਜ, ਟੂ ਫਾਰਮਸ ਆਫ ਵਾਟਰ, ਜਿਹਦੀ ਗੱਲ ਇੱਥੇ ਗੁਰੂ ਅਰਜਨ ਪਾਤਸ਼ਾਹ ਕਰਦੇ। ਦੇਰ ਆਰ 2 different states of water which Guru Arjan Patsha is talking about in this Shabad. First is the frozen state which we called ice. ਪਾਣੀ ਦੇ 2 ਜਿਹੜੇ ਭੌਤਿਕ ਜਿਹੜੇ ਅਲੱਗ-ਅਲੱਗ ਸਟੇਟਸ ਨੇ, ਉਹਨਾਂ ਦੀ ਗੱਲ ਕਰਦੇ ਨੇ। ਇੱਕ ਹੈ ਜੰਮਿਆ ਹੋਇਆ ਪਾਣੀ, the frozen water which we called ice. ਦੂਜਾ ਹੈ liquid, ਜੋ ਅਸੀਂ ਪੀਂਦੇ ਹਾਂ। Now the frozen water or ice, it never merges or mixes in water. ਉਹਦੇ ਉੱਤੇ float ਕਰਦੀ ਹੈ ice. ਜਿਹੜੀ ਬਰਫ਼ ਹੁੰਦੀ ਹੈ ਉਹ ਕਦੀ ਪਾਣੀ 'ਚ ਰਲਦੀ ਨਹੀਂ, ਇਟ ਨੈਵਰ ਮਰਜਸ। ਉਹ ਮਰਜ ਉਦੋਂ ਹੀ ਕਰਦੀ ਹੈ ਜਦੋਂ ਮੈਲਟ ਹੋ ਜਾਏ, ਪਾਣੀ ਬਣ ਜਾਏ, ਇਜ਼ਨਟ ਇਟ। ਬਰਫ਼ ਜਿਹੜੀ ਹੈ ਪਾਣੀ ਦੇ ਉੱਤੇ ਉੱਤੇ ਤੁਰੀ ਰਹਿੰਦੀ ਹੈ। ਬਿਗ ਆਈਸਬਰਗਸ, ਵੀ ਆਲ ਨੋ ਦੈਟ ਟਾਈਟੈਨਿਕ ਕੋਲਾਈਡਡ ਵਿਦ ਐਨ ਆਈਸਬਰਗ ਐਂਡ ਇਟ, ਉਹ ਰੈਕੇਜ ਹੋ ਗਈ ਉਹਦੀ। ਤਾਂ ਵੱਡੇ ਵੱਡੇ ਆਈਸਬਰਗ ਵੀ ਪਾਣੀ ਦੇ ਉੱਤੇ ਫਲੋਟ ਕਰਦੇ ਨੇ, ਉਹਦੇ ਵਿੱਚ ਰਲਦੇ ਨਹੀਂ, ਮਿਕਸ ਨਹੀਂ ਹੁੰਦੇ। ਦੇ ਓਨਲੀ ਮਰਜ ਇਨ ਵਾਟਰ ਵੈਨ the sun rays they fall onto the ice. ਜਦੋਂ sun rays fall ਕਰਦੀਆਂ ਨੇ, ਫਿਰ ਉਹਦੀ ਗਰਮੀ ਦੇ ਨਾਲ that ice melts, it changes into water and then water merges with water. ਹੁਣ ਤੁਸੀਂ ਉਸ ਆਈਸ ਨੂੰ, ਉਸ ਜੋ ਪਾਣੀ ਬਣ ਗਿਆ, ਉਹਨੂੰ ਵੱਖਰਾ ਨਹੀਂ ਕਰ ਸਕਦੇ। you cannot separate that again. ਹੁਣ ਉਹ ਅਲੱਗ ਨਹੀਂ ਹੁੰਦਾ। ਤਾਂ ਸੂਰਜ ਕਿਰਨ ਮਿਲੇ, the rays of the sun when they fall on that frozen water, it melted. It became liquid water. ਜਲ ਕਾ ਜਲ ਹੁਆ ਰਾਮ। ਹੁਣ ਉਹ ਪਾਣੀ ਚ ਰਲ ਗਿਆ। ਇਸੇ ਤਰ੍ਹਾਂ ਹੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸੇ ਤਰ੍ਹਾਂ ਗੁਰੂ ਜੋ ਹੈ ਨਾ, ਉਹਦਾ ਜਿਹੜਾ ਸ਼ਬਦ ਹੈ, ਇਟਸ ਲਾਈਕ ਦ ਰੇਜ਼ ਆਫ ਦ ਸਨ। ਜਦੋਂ ਗੁਰੂ ਦਾ ਸ਼ਬਦ, ਦ ਟੀਚਿੰਗਸ, ਦ ਵਰਡਸ ਆਫ ਦ ਗੁਰੂ, ਦੇ ਫਾਲ ਔਨ ਟੂ ਦਿਸ ਫਰੋਜ਼ਨ ਮਾਈਂਡ। ਜਦੋਂ ਸਾਡੇ ਜੰਮੇ ਹੋਏ ਮਾਈਂਡ ਤੇ ਪੈਂਦਾ ਨਾ, ਜੰਮਿਆ ਹੋਇਆ ਮਾਈਂਡ ਹੈ, ਫਰੋਜ਼ਨ ਇਨ ਈਗੋ, frozen in greed, frozen in vices,
ਫਰੋਜ਼ਨ ਇਨ ਐਨਵੀ, ਹੇਟਰੇਡ, ਜੈਲਸੀ, ਰਿਜਿਡ ਹੋ ਚੁੱਕੇ ਹਾਂ ਅਸੀਂ, ਸਖਤ ਹੋ ਚੁੱਕੇ ਹਾਂ, ਸਟਬਨ, ਜਿੱਦੀ ਹੋ ਚੁੱਕੇ ਹਾਂ ਆਪਣੀ ਮੈਂ ਦੇ ਵਿੱਚ, ਮੀ ਮਾਈਸੈਲਫ ਉਹਦੇ ਵਿੱਚ। ਜਦੋਂ ਇਹ ਜੰਮਿਆ ਹੋਇਆ ਮਨ ਗੁਰੂ ਦੇ ਸ਼ਬਦ ਦੇ ਨਾਲ ਪਿਘਲਦਾ ਹੈ, ਮੈਲਟ ਹੁੰਦਾ ਹੈ, ਫਿਰ ਜੋਤੀ ਜੋਤ ਰਲੀ। ਹੈਗੀ ਤੇ ਜੋਤ ਹੀ ਹੈ ਨਾ ਮਨ, ਤੂੰ ਜੋਤ ਸਰੂਪ ਹੈ, ਹੈਗੀ ਤੇ ਸਾਰਿਆਂ ਦੇ ਅੰਦਰ ਪ੍ਰਮਾਤਮਾ ਹੈ ਨਾ। ਹੀ ਲਿਵਸ ਇਨ ਆਲ, ਸਾਰਿਆਂ 'ਚ ਹੈਗਾ, ਮੇਰੇ 'ਚ ਵੀ ਹੈ, ਸਾਰਿਆਂ 'ਚ ਵੀ ਹੈ। ਪਰ ਅਸੀਂ ਉਹ ਤੋਂ ਅਲੱਗ ਹੋਏ, ਅਸੀਂ ਝੂਠ ਦੀ ਕੰਧ ਕੱਢ ਲਈ, ਕੂੜ ਦੀ ਪੱਲਾ ਪਾ ਲਿਆ, ਵੇਲ ਆਫ ਫਾਲਸਹੁੱਡ। ਫਾਲਸਹੁੱਡ ਇਜ਼ ਈਗੋ, ਫਾਲਸਹੁੱਡ ਇਜ਼ that material pride, ਉਹ ਸਾਰਾ ਗਰੀਡ, ਐਂਗਰ, ਉਹ ਸਭ ਕੁਝ, ਉਹ ਹੈ ਇੱਕ ਵਾਲ ਜਿਹਦੇ ਨਾਲ ਅਸੀਂ ਉਹ ਤੋਂ ਸੈਪਰੇਟ ਹੋਏ ਹਾਂ, ਜੰਮੇ ਹੋਏ ਹਾਂ। ਸੋ ਵੰਸ ਗੁਰੂ ਦੀ ਟੀਚਿੰਗਸ ਨੂੰ ਅਸੀਂ ਇੰਟਰਨਲਾਈਜ਼ ਕਰਨ ਲੱਗ ਜਾਂਦੇ ਹਾਂ, ਸੁਰਤ ਸ਼ਬਦ ਮਨ ਮਾਨਾ, ਐਸ ਗੁਰੂ ਨਾਨਕ ਸੇਜ਼, ਜਦੋਂ ਗੁਰੂ ਦੇ ਸ਼ਬਦ ਦੇ ਨਾਲ ਸਾਡਾ ਮਨ ਪਿਘਲਦਾ ਹੈ, ਫਿਰ ਇਹ ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। then we attain that completion, perfection, then we attain that completion। ਕੀ ਹੈ? ਸਭ ਗੁਣ ਤੇਰੇ, ਸਾਰੇ ਗੁਣ ਰੱਬਾ ਤੇਰੇ ਨੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। so as I keep on absorbing those godly virtues from the wisdom of Guru, ਜਿਵੇਂ ਜਿਵੇਂ ਮੈਂ ਗੁਰੂ ਦੇ ਗਿਆਨ ਦੇ ਨਾਲ ਰੱਬੀ ਗੁਣ ਲਈ ਜਾਂਦਾ ਆ। ਕਿਹੜੇ ਨੇ ਰੱਬੀ ਗੁਣ, ਗੋਡਲੀ ਵਰਚੂਜ਼? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਮੈਂ ਵੀ ਮਿੱਠ ਬੋਲੜਾ ਬਣਾ, ਮੈਂ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਇਹ ਨਾ ਕਰਾਂ। ਸੋ ਮੈਂ ਉਹੋ ਜਿਹੇ ਵਰਡਸ ਬੋਲਾਂ, ਮੇਰਾ ਸੁਭਾਅ ਉਹੋ ਜਿਹਾ ਹੋਵੇ ਜਿਹੋ ਜਿਹਾ ਪ੍ਰਮਾਤਮਾ ਦਾ, ਨਿਰਭਉ, ਨਿਰਵੈਰ, ਕਿਸੇ ਨਾਲ ਐਨਮਿਟੀ ਨਹੀਂ ਹੈ, ਦੁਸ਼ਮਣੀ ਨਹੀਂ ਹੈ, ਹੇਟਰੇਡ, ਜੈਲਸੀ, ਐਨਵੀਐਸ ਤੋਂ ਅਲੱਗ ਹੋ ਗਿਆ। ਜਦੋਂ ਉਹ ਇੰਪਿਉਰਿਟੀਜ਼ ਨਿਕਲਣ ਲੱਗ ਗਈਆਂ, ਮੈਂ ਜੰਮਿਆ ਹੋਇਆ ਸੀ ਉਹ ਮੈਲਟ ਹੋਣ ਲੱਗ ਗਿਆ, ਕੰਪੈਸ਼ਨ ਆ ਗਈ, ਲਵ ਆ ਗਿਆ, ਸ਼ੇਅਰਿੰਗ ਆ ਗਈ, ਕੇਅਰਿੰਗ ਆ ਗਈ, ਬਿਨਵਲੈਂਸ ਆ ਗਈ, ਉਹ ਗੁਣ ਆ ਗਏ, ਰੱਬੀ ਗੁਣ, ਦੋਜ਼ ਡਿਵਾਈਨ ਵਰਚੂਜ਼ ਜਦੋਂ ਮੇਰੇ 'ਚ ਆਉਣ ਲੱਗ ਗਏ, ਮੈਂ ਪਾਣੀ ਹੁੰਦਾ ਗਿਆ, ਪਾਣੀ ਹੋ ਕੇ ਮੈਂ ਪਾਣੀ 'ਚ ਰਲ ਗਿਆ, ਉਹਦੇ ਵਰਗਾ ਬਣ ਗਿਆ। ਜਦੋਂ ਉਹਦੇ ਵਰਗੇ ਬਣੇ ਤੇ ਉਹ ਸਾਨੂੰ ਲਾਈਕ ਕਰਨ ਲੱਗ ਗਿਆ, ਅਸੀਂ ਉਹਨੂੰ ਭਾਉਣ ਲੱਗ ਗਏ। ਹੁਣ ਉਹ ਮਿਲ ਗਿਆ, ਇਸ ਕਰਕੇ ਹੁਣ ਕੀਮਤ ਕੌਣ ਕਰੇ ਤੁਧ ਭਾਵਾਂ, ਹੁਣ ਕਿੱਥੇ ਕੀਮਤ, ਹੁਣ ਬੇਸ਼ਕੀਮਤੀ ਹੋ ਗਏ, ਇਨਵੈਲਿਊਏਬਲ ਹੋ ਗਏ, ਇੰਨੀ ਵੈਲਿਊ ਵੱਧ ਜਾਂਦੀ। ਫਿਰ ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਫਿਰ ਉਹ ਸ਼ਬਦ ਦੇ ਨਾਲ ਜਦੋਂ ਸੁਰਤ ਤੇ ਮਨ ਮੈਲਟ ਹੋਇਆ, ਫਿਰ ਅੰਦਰ ਪ੍ਰਭੂ ਨੂੰ ਮਿਲ ਗਏ, ਉਹਦੇ ਵਿੱਚ ਇੱਕ ਹੋ ਗਏ, ਵਨਨੈਸ ਅਚੀਵ ਹੋਈ। ਹੁਣ ਹਰ ਵੇਲੇ ਵਿਸਾਖੀ ਹੈ, ਹਰ ਵੇਲੇ ਸੈਲੀਬ੍ਰੇਸ਼ਨ ਹੈ। ਉਹ ਵਾਲੀ ਵਿਸਾਖੀ ਅਸੀਂ ਸਾਰੇ ਮਨਾਈਏ ਤੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਲੈਟ ਅਸ ਵਰਕ ਔਨ ਆਵਰ ਲਾਈਵਸ ਵਿਦ ਦ ਇੰਟਰਨਲਾਈਜੇਸ਼ਨ ਆਫ ਆਵਰ ਗੁਰੂਜ਼ ਵਿਜ਼ਡਮ, ਗੁਰੂਜ਼ ਟੀਚਿੰਗਸ, ਗੁਰਬਾਣੀ, ਤੇ ਸਾਡੇ ਅੰਦਰ ਉਹ ਡਿਵਾਈਨ ਵਰਚੂਜ਼ ਆਉਣ, ਅਸੀਂ ਉਸ ਗੁੱਡਨੈਸ ਨੂੰ ਲੈਂਦੇ ਲੈਂਦੇ ਗੋਡ ਦੇ ਨੇੜੇ ਹੋਈਏ, ਵਾਹਿਗੁਰੂ ਦੇ ਨੇੜੇ ਹੋਈਏ ਤੇ ਉਹਨੂੰ ਅੰਦਰ ਹੀ ਮਿਲ ਲਈਏ। ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਐਂਡ ਵੈਨ ਵੀ ਅਚੀਵ ਦਿਸ, then we are in Vaisakhi mode, then we are in Vaisakh, then we are in eternal bliss, ਸਦਾ ਰਹਿਣ ਵਾਲੀ ਵਿਸਾਖੀ, ਉਹ ਸੈਲੀਬ੍ਰੇਸ਼ਨਸ ਬਣ ਜਾਂਦੀਆਂ ਨੇ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਅਸੀਂ ਸਾਰਿਆਂ ਨੇ ਰਲ ਕੇ ਵਿਸਾਖੀ ਦੀ ਇਹ ਗੱਲ ਕੀਤੀ ਹੈ। So in the next coming episode tomorrow, we will talk about Vaisakhi in the terms of Guru Arjan. And then the next 8 days, we will talk about Khalsa, Khalsa Sajna, Amrit, Khande Batte Ki Pahol, and all other such topics. ਗੁਰੂ ਕਿਰਪਾ ਕਰੇ, ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।